ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਮੂਹ ਉਚਰੈ ਸ਼ਾਸਤਰ ਘਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰੂ ਗਰੀਬ ਨਿਵਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦਾ ਸਦਕਾ, ਮਹਾਂਪੁਰਖਾਂ ਦੇ ਉਦਮ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਯਾਦ ਵਿੱਚ ਇਸ ਪਵਿੱਤਰ ਸਥਾਨ ਦੀ ਰਚਨਾ ਹੋਈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਆਪ ਸਾਰੇ ਸੱਜ ਕੇ ਬੜੇ ਪਿਆਰ ਦੇ ਨਾਲ ਗੁਰੂ ਕੇ ਕੀਰਤਨੀਆਂ ਪਾਸੋਂ ਸ਼ਬਦ ਕੀਰਤਨ ਚੌਪਈ ਸਾਹਿਬ ਦੇ ਜਾਪ ਸਰਵਣ ਕਰ ਰਹੇ ਸੀ। ਕੁਝ ਸਮੇਂ ਵਾਸਤੇ ਹੋਰ ਸਾਨੂੰ ਸਤਿਗੁਰੂ ਜੀ ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਬੈਠਣ ਦਾ ਇਹ ਸਮਾਂ ਬਖਸ਼ਿਸ਼ ਕਰਦੇ ਹਨ। ਸਾਰੀ ਘੜੀ ਸੁਲੱਖਣੀ ਜੋ 100 ਦੇ ਨਾਲ ਵਿਹਾਵੇ, ਉਹੀ ਘੜੀ ਸੁਲੱਖਣੀ ਹੈ ਜਿਹੜੀ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬਤੀਤ ਹੁੰਦੀ ਹੈ। 24 ਘੰਟੇ ਹਰ ਇਨਸਾਨ ਨੂੰ ਹਰ ਰੋਜ਼ ਮਿਲਦੇ ਆ। ਸਿਆਣੇ ਪੁਰਸ਼ਾਂ ਨੇ ਸਵਾਸਾਂ ਦੀ ਜਿਹੜੀ ਗਿਣਤੀ ਹੈ ਉਹ 24,000 ਰੱਖੀ ਹੈ। ਇਹ ਵੀ ਉਹਨਾਂ ਨੇ ਵਿਚਾਰ ਦਿੱਤਾ ਕਿ ਤਕਰੀਬਨ 21,600 ਤੱਕ ਸਵਾਸ ਪ੍ਰਾਣੀ ਲੈਂਦਾ। ਵਿੱਚੋਂ ਘੱਟਦੇ ਵਾਧੇ ਵੀ ਹੈਗੇ ਆ, ਉਹਦੇ ਬਾਰੇ ਵੀ ਗ੍ਰੰਥਕਾਰਾਂ ਨੇ ਇਹ ਗੱਲ ਦੱਸੀ ਹੈ। ਬੈਸਤ 12, ਚਲਤਾ 18, ਸੋਵਤ ਚਾਲੈ 30, ਮੈਥਨ ਕਰਤੇ 64 ਚਾਲੈ।
क्यों न भजै जगदीश। बैठे नूं 12 ਸਵਾਸ, ਚੱਲਦੇ ਨੂੰ 18, ਸੁੱਤੇ ਨੂੰ 30 ਔਰ ਵਪਾਰ ਦ੍ਰਿਸ਼ਟੀ ਦੇ ਵਿੱਚ 64 ਤੱਕ ਸਵਾਸ ਨਸ਼ਟ ਹੁੰਦੇ ਹਨ। ਇਸ ਤਰ੍ਹਾਂ ਦਾ ਕੁਝ ਵਿਚਾਰ ਸਿਆਣੇ ਪੁਰਸ਼ਾਂ ਨੇ ਦਰਸਾਇਆ। ਸਵਾਸਾਂ ਦੀ ਸਫਲਤਾ ਇਹਦੇ ਵਾਸਤੇ ਵੀ ਬਚਨ ਦੱਸੇ ਹੈ, ਔਰ ਜਿਨ੍ਹਾਂ ਨੇ ਸਾਰੇ ਸਵਾਸ ਸਫਲ ਕੀਤੇ ਹੈ ਉਹਨਾਂ ਨੂੰ ਬੜੀ ਮਹਾਨ ਪਦਵੀ ਦਿੱਤੀ ਹੈ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਸੰਤ ਕਿਹਨੂੰ ਕਿਹਾ? ਜਿਨ੍ਹਾਂ ਨੂੰ ਸਾਸ, ਦੂਜਾ ਗਰਾਸ ਹੈ ਤਾਂ ਇੱਕੋ ਹੀ ਚੀਜ਼ ਹੈ। ਜਦੋਂ ਸਵਾਸ ਅੰਦਰ ਜਾਂਦਾ ਉਹਦਾ ਨਾਮ ਹੈ ਗਰਾਸ, ਜਦੋਂ ਬਾਹਰ ਨਿਕਲਦਾ ਉਹ ਹੈ ਸਾਸ। ਤਾਂ ਦੋ ਅੱਖਰ ਲਿਖੇ ਹੈ, ਦੋ ਭੇਦ ਇਹਦੇ ਬਣ ਗਏ। ਜਿਨ੍ਹਾਂ ਨੂੰ ਸਵਾਸ ਅੰਦਰ ਜਾਂਦਿਆਂ ਵੀ, ਸਵਾਸ ਬਾਹਰ ਨਿਕਲਦਿਆਂ ਵੀ ਪਰਮੇਸ਼ਰ ਨਹੀਂ ਭੁੱਲਦਾ, ਉਹਦਾ ਨਾਮ ਨਹੀਂ ਸੰਤ ਕਿਹਾ। ਹੋਰ ਕੋਈ ਪਹਿਰਾਵਾ ਜਾਂ ਕੋਈ ਐਸੀ ਚੀਜ਼ ਦਾ ਨਾਂ ਨਹੀਂ। ਪਹਿਰਾਵਾ ਭੇਖੀ ਮਨੁੱਖ ਜਾਂ ਕਈ ਮੰਗਤੇ ਲੋਕ ਵੀ ਪਾ ਲੈਂਦੇ ਆ। ਭੇਖ ਬਣਾਉਣਾ ਜਾਂ ਮੰਗਣ ਵਾਸਤੇ ਕੋਈ ਪਹਿਰਾਵਾ ਪਾਉਣ ਦੇ ਨਾਲ ਉਸ ਨੂੰ ਇਹ ਜਿਹੜੀ ਪਦਵੀ ਗੁਰਸਿੱਖ ਦੀ ਹੈ ਜਾਂ ਕੋਈ ਮਹਾਤਮਾ ਦੀ ਹੈ, ਇਹ ਸਾਧ ਸੰਗਤ ਜੀ ਪ੍ਰਾਪਤ ਨਹੀਂ ਹੁੰਦੀ, ਕਿਉਂਕਿ ਤਾਂ ਅਵਸਥਾ ਭੇਦ ਨਾਲ ਇਹ ਮੰਜ਼ਿਲ ਮਿਲਦੀ ਹੈ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਜਿਨ੍ਹਾਂ ਵੀ ਵਿਅਕਤੀਆਂ ਨੂੰ ਉਹਦੇ ਲਈ ਕੋਈ ਵਿਸ਼ੇਸ਼ ਅਦਾਨਤਾ ਕਰਕੇ ਗੱਲ ਨਹੀਂ ਕੀਤੀ। ਹਰ ਨਾਮਾ ਮਨ ਮੰਤ, ਹਰੀ ਦਾ ਨਾਮ ਜੋ ਮੰਤਰ ਰੂਪ ਗੁਰੂ ਤੋਂ ਮਿਲਿਆ। ਧਨ ਸੇ ਸਈ ਨਾਨਕਾ, ਪਾਤਸ਼ਾਹ ਕਹਿੰਦੇ ਉਹ ਧਨਤਾ ਜੋਗ ਹੈ। ਪੂਰਨ ਸੋਈ ਸੰਤ, ਉਹੀ ਪੂਰਨਾ ਮਿਲ ਕੇ ਪੂਰਨ ਹੋ ਗਿਆ ਤੇ ਉਹੀ ਸੰਤ ਮਹਾਤਮਾ ਬਣ ਗਿਆ। ਸੰਤ ਦਾ ਮਤਲਬ ਜਿਨ੍ਹਾਂ ਨੇ ਵਿਕਾਰਾਂ ਵੱਲੋਂ ਆਪਣੇ ਮਨ ਨੂੰ ਸ਼ਾਂਤ ਕਰ ਲਿਆ। ਹੁਣ ਇਹਦੇ ਵਿੱਚ ਰਾਜ ਤੇ ਦੋਨੋਂ ਹੀ ਹੈ, ਵਿਹੰਗਮ ਜਾਂ ਗ੍ਰਸਤੀ ਹੈ। ਗ੍ਰਸਤੀ ਦਾ ਇਹ ਹੈ ਕਿ ਲੋੜ ਅਨੁਸਾਰ ਮਾਲਕ ਦੇ ਚਰਨਾਂ 'ਚ ਸੰਤਾਨ ਦੀ ਪ੍ਰਾਪਤੀ, ਔਰ ਬਾਕੀ ਜ਼ਿੰਮੇਵਾਰੀ ਤੋਂ ਫਾਰਗ ਹੋ ਕੇ, ਜ਼ਿੰਮੇਵਾਰੀ ਕਰਦਿਆਂ ਵੀ ਫਿਰ ਫਾਰਗ ਹੋ ਕੇ ਉਚੇਚਾ ਵਿਸ਼ੇਸ਼ ਸਮਾਂ ਮਾਲਕ ਦੀ ਯਾਦ ਵਿੱਚ ਲਾਇਆ ਜਾਏ ਕਿ ਮਹਾਰਾਜ ਉਹਦੇ 'ਤੇ ਵੀ ਕਿਰਪਾ ਕਰ ਦਿੰਦੇ। ਤੇ ਜਿਹੜਾ ਵਿਹੰਗਮ, ਉਹਦੇ ਵਾਸਤੇ ਤਾਂ ਫਿਰ ਸਿਮਰਨ ਤੋਂ ਬਿਨਾਂ ਕੋਈ ਕਾਰਜ ਹੈ ਹੀ ਨਹੀਂ, ਕਿਉਂਕਿ ਲਾਂਝਾ ਤੇ ਕੋਈ ਹੈ ਨਹੀਂ। ਉਹਦੇ ਵਾਸਤੇ ਗੁਰਬਾਣੀ 'ਚ ਦੋਏ ਪੱਖਾਂ ਦਾ ਵਿਚਾਰ ਦਿੱਤਾ। ਕਬੀਰ ਜੋ ਗ੍ਰਹਿ ਕਰ ਤਾਂ ਧਰਮ ਕਰ, ਨਹੀਂ ਤਾਂ ਕਰ ਬੈਰਾਗ। ਬੈਰਾਗੀ ਬੰਧਨ ਕਰੈ ਤਾਕੋ ਵੱਡੋ ਅਭਾਗ। ਜੇ ਤੂੰ ਗ੍ਰਸਤੀ ਜੀਵਨ ਨੂੰ ਗ੍ਰਹਿਣ ਕਰਨਾ ਚਾਹੁੰਦਾ
ਫੇਰ ਧਰਮ ਦੇ ਕੰਮ ਕਰ। ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ, ਅਤਿਥੀ ਸੇਵਾ, ਇਹ ਮੁਕਤਸਰ ਬਚਨ ਦੱਸਿਆ। ਜੇ ਤੂੰ ਇਸ ਪੰਡ ਚੁੱਕਣ ਤੋਂ ਕੰਨੀ ਕਤਰਾਉਣਾ, ਇਹ ਸੁਤੰਤਰ ਥੋੜ੍ਹਾ ਜੀਵਨ ਨਾਮ ਬੋਝਾ ਚੱਕਣਾ ਪਏ। ਫਰੀ ਰਹਿ ਕੇ ਭਜਨ ਕਰਨਾ ਚਾਹੁੰਦਾ ਤੇ ਉਹ ਵੀ ਦੇਖ ਲਾ। ਕਬੀਰ ਜੋ ਗ੍ਰਹਿਓ ਕਰ ਤਾਂ ਧਰਮ ਕਰ, ਨਹੀਂ ਤਾਂ ਕਰ ਵੈਰਾਗ। ਫਿਰ ਵੈਰਾਗ ਧਾਰ ਲਾ, ਤਿਆਗੀ ਵਿਰਾਗੀ ਬਣ ਜਾ। ਤੇ ਜੇ ਵਿਰਾਗੀ ਬਣ ਗਿਆ, ਵੈਰਾਗੀ ਬੰਧਨ ਕਰੇ, ਫੇਰ ਮੁੜ ਕੇ ਬੰਧਨਾਂ ਵਿੱਚ ਫਸਦਾ ਤਾਂ ਕੋ ਵੱਡੋ ਭਾਗ। ਫੇ ਸਮਝ ਲਓ ਉਹਦਾ ਕੋਈ ਖੋਟਾ ਭਾਗ, ਖੋਟਾ ਕਰਮ। ਫਿਰ ਇਹ ਨਾ ਹੋਵੇ ਅਤੀਤ ਸਦਾਵੈ ਮਾਇਆ ਮਤ ਮਾਤਾ। ਅਤੀਤ ਵੀ ਕਹਾਉਣਾ ਤੇ ਮਾਇਆ ਦੇ ਮਦ ਵਿੱਚ ਵੀ ਮਸਤ ਹੋ ਰਿਹਾ, ਇਹ ਤਾਂ ਅਵਸਥਾ ਮਿਲੇਗੀ ਨਹੀਂ। ਸੋ ਇਸ ਵਾਸਤੇ ਪਕਸ਼ ਦੋਨੋਂ ਹੀ ਹੈ। ਇਹਦੀ ਚੋਣ ਹਰ ਇਨਸਾਨ ਦੀ ਆਪਣੀ ਹੁੰਦੀ ਹੈ। ਇੱਕ ਹੈ ਕੀਟੀ ਮਾਰਗ, ਚੀਟੀ ਕਹਿ ਦਿਓ, ਕੀੜੀ ਕਹਿ ਦਿਓ। ਦੂਸਰਾ ਹੈ ਬਿਹੰਗਮੀ ਮਾਰਗ। ਇਹਦੇ ਲਈ ਦ੍ਰਿਸ਼ਟਾਂਤ ਸਿਆਣੇ ਪੁਰਸ਼ਾਂ ਨੇ ਦਿੱਤਾ। ਜਿਸ ਤਰ੍ਹਾਂ ਬ੍ਰਿਕਸ਼ ਨੂੰ ਫਲ ਲੱਗਿਆ, ਫਲ ਪੱਕਿਆ, ਉਹਦੀ ਸੁਗੰਧੀ ਦੂਰ ਤੱਕ ਜਾਂਦੀ ਹੈ। ਕੀੜੀ ਜਿਹੜੀ ਹੈ ਉਹ ਸੁਗੰਧੀ ਨੂੰ ਪਾ ਕੇ ਹੌਲੀ 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 ਫਲ ਤੱਕ ਪਹੁੰਚ ਜਾਂਦੀ ਹੈ ਤੇ ਜਾ ਕੇ ਉਹਦਾ ਜੋ ਖਾਣ ਦਾ ਆਨੰਦ ਹੈ ਉਹ ਪ੍ਰਾਪਤ ਕਰਦੀ ਹੈ। ਇਹ ਗ੍ਰਹਸਥੀ ਵਾਸਤੇ ਇਹ ਮਾਰਗ ਕਿਹਾ। ਤੇ ਦੂਜਾ ਬਿਹੰਗਮੀ ਹੈ। ਜਿਵੇਂ ਫਲ ਲੱਗਿਆ, ਪੰਛੀ ਉੱਡ ਕੇ ਆਇਆ, ਉੱਤੋਂ ਖਾ ਕੇ ਚਲੇ ਗਿਆ। ਰਸਤੇ ਦੋਨੋਂ ਹੀ ਠੀਕ ਹੈ ਜੇ ਮਰਜ਼ਾਦਾ ਪੂਰਵਕ ਗ੍ਰਹਿਣ ਕੀਤੇ ਜਾਣ। ਹੁਣ ਇਹਦੇ ਲਈ ਹਰ ਇੱਕ ਬੰਦੇ ਦੀ ਭਾਵਨਾ, ਹਰ ਇੱਕ ਬੰਦੇ ਦਾ ਚੁਣਾਵ ਜਿਹੜਾ ਆ, ਚੋਣ ਹੈ, ਉਹ ਆਪੋ ਆਪਣੀ ਆ। ਉਹ ਕਿਹੜੇ ਰਸਤੇ ਨੂੰ ਪਸੰਦ ਕਰਦਾ ਔਰ ਕਿਹਦੇ ਵਿੱਚ ਉਹ ਕਾਮਯਾਬ ਹੁੰਦਾ। ਜਿਸ ਤਰ੍ਹਾਂ ਹੁਣ ਵਿਦਿਆਰਥੀ ਹੈ, ਉਹ ਤਕਰੀਬਨ ਮਿਡਲ ਜਾਂ ਮੈਟ੍ਰਿਕ ਤੱਕ ਤਾਂ ਸਾਰੇ ਸਾਂਝੇ ਤੌਰ 'ਤੇ ਤੁਰੇ ਜਾਂਦੇ ਆ। ਫਿਰ +2 ਵਗੈਰਾ, ਉੱਥੇ ਫਿਰ ਚੁਣਾਵ ਵੱਖਰਾ ਵੱਖਰਾ ਆ। ਮੈਂ ਮੈਡੀਕਲ ਚੁਣਨਾ, ਇੰਜੀਨੀਅਰਿੰਗ ਜਾਂ ਕੋਈ ਹੋਰ ਵਿਗਿਆਨ ਦਾ ਪੱਖ ਲੈਣਾ, ਉਸ ਪਾਸੇ ਫਿਰ ਉਹ ਚੋਣ ਉਹਨਾਂ ਦੀ ਆਪਣੀ ਹੈ। ਉਹਦੇ ਮੁਤਾਬਕ ਉਹਨਾਂ ਨੂੰ ਫਿਰ ਡਿਗਰੀ, ਡਿਪਲੋਮਾ, ਸਤਿਕਾਰ, ਪਿਆਰ ਮਿਲਦਾ। ਇਸ ਤਰ੍ਹਾਂ ਸੰਸਾਰ ਦੇ ਉੱਤੇ ਪਰਮੇਸ਼ਰ ਨੇ ਮਨੁੱਖ ਨੂੰ ਭੇਜਿਆ ਆ। ਬਾਕੀ ਵੀ ਜੂਨਾਂ ਹੈਗੀਆਂ, ਉਹ ਜਿਹੜੀਆਂ ਜੂਨਾਂ ਆ, ਉਹਨਾਂ ਦੇ ਅੰਦਰ ਤੇ ਮਨੁੱਖ ਦੇ ਅੰਦਰ ਕੁਝ ਚੀਜ਼ਾਂ ਰਲਦੀਆਂ ਤੇ ਕੁਝ ਇਹਦੇ ਵਿੱਚ ਵਿਸ਼ੇਸ਼ਤਾ ਵੱਖਰੀ ਹੈ। ਉਹ ਹੈ ਨਿੰਦਰਾ, ਸੌਣਾ, ਭੋਜਨ। ਜਿਹੋ ਜਿਹਾ ਕਿਸੇ ਜੂਨ ਦਾ ਭੋਜਨ ਪਰਮੇਸ਼ਰ ਨੇ ਬਣਾਇਆ, ਉਹਦੀ ਕਿਰਿਆ ਵੀ ਉਹੋ ਜਿਹੀ ਬਣਾਈ ਹੈ ਤੇ ਉਹਦੇ ਸਾਧਨ ਵੀ ਉਹੋ ਜਿਹੇ ਬਣਾਏ ਆ। ਭੋਜਨ ਦਾ ਮਤਲਬ ਜਠਰਾਗਨੀ ਦੀ ਨਿਵਰਤੀ ਹੈ। ਉਹ ਜਿਹੋ ਜਿਹੇ ਜੂਨ ਹੈ, ਉਹਦੇ ਵਿੱਚ ਹੀ ਰਸ ਹੈ ਤੇ ਉਹਦੇ 'ਚ ਉਹਨਾਂ ਦੀ ਜਠਰਾਗਨੀ ਨਿਵਰਤ ਹੁੰਦੀ ਹੈ। ਉਹਦੇ ਨਾਲ ਹੀ ਉਹਨਾਂ ਨੂੰ ਆਧਾਰ ਪ੍ਰਾਪਤ ਹੁੰਦਾ।
निंद्रा सोना हो गया, भोजन हो गया और भोग पै। ਅਤੇ जो संतान उत्पत्ति है ਤੇ ਭੈ ਜਿਹੜਾ ਹੈ, ਇਹ ਚਾਰ ਚੀਜ਼ਾਂ ਤੇ ਇੱਕ ਸਮਾਨ ਆ। ਫਿਰ ਬੰਦੇ ਵਿੱਚ ਵਾਧਾ ਕੀ ਹੋਇਆ? ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾ ਪਸ ਜਾਨ। ਹੁਣ ਇਹਨਾਂ ਚਾਰ ਚੀਜ਼ਾਂ ਦਾ ਗਿਆਨ ਤਾਂ ਪਸ਼ੂ ਪੰਛੀਆਂ ਨੂੰ ਵੀ ਹੈਗਾ, ਪਰ ਪਸ਼ੂ ਪੰਛੀਆਂ ਨੂੰ ਵੇਦਾਂ ਦਾ ਕੀ ਗਿਆਨ ਹੋਏਗਾ ਜਾਂ ਗੁਰਬਾਣੀ ਦਾ ਕੀ ਗਿਆਨ ਹੋਏਗਾ? ਇਹ ਗਿਆਨ ਤੇ ਇਨਸਾਨ ਨੂੰ ਵੀ ਪ੍ਰਾਪਤ ਹੋ ਸਕਦਾ। ਜਾਂ ਹੁਣ ਦੇਖੋ, ਇਨਸਾਨ ਨੇ ਪਾਣੀ ਦੀ ਘਾਟ ਮਹਿਸੂਸ ਕਰਦਿਆਂ ਖੂਹ ਲਾਏ, ਨਲਕੇ ਲਾਏ, ਟਿਊਬ ਲਾ ਗਏ। ਅੱਜ ਕੱਲ੍ਹ ਸਮਰਸੀਬਲ ਮੋਟਰਾਂ, ਪਾਈਪਾਂ ਨਾਲ ਦੂਰ ਦਰੇਡੇ ਟੈਂਕੀਆਂ ਸਾਧਨ ਪਾਣੀ ਲੈ ਜਾਂਦੇ ਆ। ਉਹਦੇ ਵਰਤਣ ਦੇ ਢੰਗ ਵੀ ਬੜੇ ਸੁੱਖ ਦੇ ਔਰ ਤੱਤੇ ਠੰਡੇ ਦੇ ਬਣਾ ਲਿਆ। ਹੁਣ ਇਹ ਚੀਜ਼ ਪਸ਼ੂ ਪੰਛੀ ਨਹੀਂ ਕਰ ਸਕਦੇ। ਕੁਦਰਤੀ ਪਰਮਾਤਮਾ ਨੂੰ ਚਸ਼ਮਾ ਆ, ਉੱਥੇ ਦਾ ਉਹ ਆਪਣੀ ਪਿਆਸ ਬੁਝਾ ਸਕਦੇ ਆ, ਵਰਨਾ ਮੁਸ਼ਕਲ ਹੈ। ਹੁਣ ਸਮੁੰਦਰ ਦਾ ਪਾਣੀ ਖਾਰਾ, ਬੰਦੇ ਨੇ ਉਹਦੇ ਲਈ ਵੀ ਸਾਧਨ ਬਣਾਇਆ ਕਿ ਲੂਣ ਇੱਕ ਪਾਸੇ ਪਾਣੀ ਇੱਕ ਪਾਸ ਕਰਕੇ ਵਰਤੋਂ ਵਿੱਚ ਲਿਆਂਦਾ ਜਾਂ ਲਿਆ ਰਹੇ ਆ ਕਈ ਦੇਸ਼ਾਂ ਵਿੱਚ। ਪਸ਼ੂ ਵੀ ਐਸਾ ਨਹੀਂ ਕਰ ਸਕਦੇ, ਪੰਛੀ। ਇਸ ਤਰ੍ਹਾਂ ਹੁਣ ਇਨਸਾਨ ਹੋਰ ਵੀ ਬਹੁਤ ਐਸੀਆਂ ਗੱਲਾਂ ਹੈਗੀਆਂ ਜਿਹੜੇ ਪਸ਼ੂ ਪੰਛੀ ਕੀੜੇ ਮਕੌੜੇ ਜਿੰਨਾ ਕੁ ਪ੍ਰਕਿਰਤੀ ਨੇ ਉਹਨਾਂ ਨੂੰ ਇਹ ਵਿਚਾਰ ਦਿੱਤਾ, ਉਹਦੇ ਨਾਲ ਉਹ ਜਿੱਥੇ ਕੁ ਹੈ ਉੱਥੇ ਕੇ ਗੁਜ਼ਰ ਰਹੇ ਹੈ। ਗਾਹਾਂ ਉਹਨਾਂ ਦੀ ਕੋਈ ਡਿਵੈਲਪਮੈਂਟ ਜਾਂ ਕੋਈ ਹੋਰ ਚੀਜ਼ ਤੇ ਹੈ ਨਹੀਂ, ਇਹ ਇਨਸਾਨ ਵਿੱਚ ਹੈ। ਇਸ ਵਾਸਤੇ ਗ੍ਰੰਥਕਾਰ ਦੱਸਦੇ ਆ ਵੀ ਨਰਨ ਗਿਆਨ ਨਿਜ ਅਧਿਕਤਾ। ਜਿਹੜਾ ਪੁਰਸ਼ ਹੈ ਉਹਦੇ ਵਿੱਚ ਗਿਆਨ ਦੀ ਉਹਨਾਂ ਨਾਲੋਂ ਵਿਸ਼ੇਸ਼ਤਾ ਆ। ਅਗਰ ਗਿਆਨ ਨਹੀਂ ਪੈਦਾ ਕੀਤਾ, ਗਿਆਨ ਬਿਨਾ ਪਸ ਜਾਨ। ਜੇ ਮਨੁੱਖ ਨੇ ਮਨੁੱਖ ਜਨਮ ਪਾ ਕੇ ਗਿਆਨ ਦੀ ਪ੍ਰਾਪਤੀ ਨਹੀਂ ਕੀਤੀ, ਫਿਰ ਕਹਿੰਦੇ ਉਹ ਛੁਪਾਏ ਇਹ ਦੁਪਾਇਆ, ਸਮਝੋ ਉਸੇ ਕੈਟਾਗਰੀ 'ਚ ਗਿਣਿਆ ਜਾਏਗਾ। ਵੈਸੇ ਐਸਾ ਵੀ ਲਿਖਿਆ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਹੁਣ ਕਈ ਪ੍ਰਕਿਰਤੀ ਤੌਰ ਤੇ ਉਹ ਆਕਾਰ ਮਨੁੱਖ ਦਾ ਹੀ ਹੈ, ਪਰ ਉਹਨਾਂ ਦੇ ਕਰਮ ਕਈ ਵੀ ਅਜਿਹੇ ਹੈ, ਮੂੰਹ ਤੇ ਅਗਲਾ ਨਾ ਵੀ ਕਹੇ, ਖੰਡ ਪਿੱਛੇ ਕਹਿਣਗੇ ਇਹ ਮਨੁੱਖ ਨਹੀਂ, ਇਹ ਪਸ਼ੂ ਹੈ, ਇਹ ਤਾਂ ਗਧਾ। ਕਿਉਂਕਿ ਉਹਦੀ ਆਦਤਾਂ, ਉਹਦੀ ਕਿਰਿਆ ਜਿਹੜੀ ਹੈ ਉਹਦੇ ਕਰਕੇ ਫਿਰ ਉਹ ਉਹਦੇ ਪ੍ਰਤੀ ਐਸੀ ਸ਼ਬਦਾਵਲੀ ਵਰਤ ਲੈਂਦੇ ਆ। ਕਿਉਂਕਿ ਗਿਆਨ ਦੀ ਅਧਿਕਤਾ ਕਰਕੇ ਇਨਸਾਨ ਆ, ਤੇ ਜੇ ਗਿਆਨ ਦੀ ਪ੍ਰਾਪਤੀ ਨਹੀਂ ਕੀਤੀ ਤੇ ਫਿਰ ਚਾਰ ਚੀਜ਼ਾਂ ਤਾਂ ਇੱਕ ਸਮਾਨ ਹੀ ਹੈ। ਇਸ ਵਾਸਤੇ ਇਹਦੇ ਵਾਸਤੇ ਦੇਖੋ ਵੇਦ ਸ਼ਾਸਤਰ ਪ੍ਰਾਣ ਸਿਮਰਤੀਆਂ, ਇਹਦੇ ਵਾਸਤੇ ਕੁਰਾਨ ਬਾਈਬਲ ਹੈ, ਇਹਦੇ ਵਾਸਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਹੈ। ਕਿੰਨੇ ਇਤਿਹਾਸ, ਹੋਰ ਕਿੰਨੀਆਂ ਨਵੀਆਂ ਪੁਸਤਕਾਂ ਪਿੱਛੇ ਹੋਣ ਜਾਂ ਅੱਗੇ ਲਿਖਦੇ ਰਹਿੰਦੇ ਆ।
ਇਹਦੇ ਵਾਸਤੇ ਸਕੂਲ, ਕਾਲਜ, ਵਿਦਿਆਲੇ, ਯੂਨੀਵਰਸਿਟੀਆਂ, ਕਿੰਨਾ ਕੁਛ ਹੈ। ਇਹ ਸਾਧ ਸੰਗਤ ਜੀ, ਮਨੁੱਖ ਜਿਹੜਾ ਹਾਲੇ ਵੀ ਪੂਰਾ ਸਿਆਣਾ ਬਣਿਆ ਨਹੀਂ। ਇੰਨਾ ਭੰਡਾਰ ਹੋਣ ਦੇ ਬਾਵਜੂਦ ਵੀ ਮੂਰਖਤਾ ਜਿਹੜੀ ਹੈ ਉਹ ਤਾਂਡਵ ਨਾਚ ਕਰਦੀ ਹੈ। ਹੁਣ ਪਸ਼ੂਆਂ ਦੇ ਵਿੱਚ ਕੁਝ ਗੱਲਾਂ ਹੈਗੀਆਂ ਕਿ ਜਿੱਥੇ ਕੋ ਖੜੇ ਉੱਥੇ ਖੜੇ ਹੈ। ਹੁਣ ਦੇਖੋ, ਸ਼ਰਾਬ ਹੈ, ਪਾਣੀ ਬੜਾ ਸ਼ੁੱਧ ਸੀ, ਗੁੜ ਵੀ ਸ਼ੁੱਧ ਸੀ, ਕਿੱਕਰ ਦਾ ਸੱਕ ਵੀ ਸ਼ੁੱਧ ਸੀ, ਪਰ ਉਹਨਾਂ ਦਾ ਗਲਤ ਢੰਗ ਨਾਲ ਜਿਹੜੇ ਮਿਸ਼ਰਣ ਹੋਇਆ, ਉਹਦੇ ਵਿੱਚ ਕੋਈ ਐਸਾ ਤੱਤ ਪੈਦਾ ਹੋਇਆ ਜਿਹਦਾ ਨਾਂ ਸ਼ਰਾਬ ਜਾਂ ਮਦ ਰੱਖਿਆ। ਫਾਰਸੀ ਦਾ ਖਰਿਆ ਸ਼ਰ ਜਮਾ ਆਬ, ਸ਼ਰ ਮੈਨੇ ਸ਼ਰਾਰਤ, ਆਬ ਮੈਨੇ ਪਾਣੀ। ਪਹਿਲਾਂ ਪਾਣੀ ਤਾਂ ਬੜਾ ਸ਼ੁੱਧ ਸੀ, ਜਦੋਂ ਉਹਨੂੰ ਵਿਗਾੜ ਦਿੱਤਾ ਉਹਦਾ ਨਾਮ ਪੈ ਗਿਆ ਸ਼ਰਾਬ, ਸ਼ਰਾਰਤ ਦਾ ਪਾਣੀ। ਇਹਦਾ ਆਖਰੀ ਅਰਥ ਹੈ। ਹੁਣ ਦੇਖੋ, ਪਸ਼ੂਆਂ ਦੇ ਵਿੱਚ ਸੂਰ ਹੈ, ਕੁੱਤਾ ਹੈ, ਪੰਛੀਆਂ 'ਚ ਕਾਂ ਹੈ। ਇਹ ਤਿੰਨੇ ਗੰਦਗੀ ਦਾ ਭਕਸ਼ਣ ਕਰਦੇ ਆ। ਉਹਨਾਂ ਦੇ ਮੂਹਰੇ ਇਹ ਰੱਖੀ ਜਾਏਗੀ, ਉਹ ਇਸ ਨੂੰ ਟੱਚ ਨਹੀਂ ਕਰਨਗੇ। ਭੰਗ ਦੇ ਕਿਹੜੇ ਬੂਟੇ ਹੈ, ਪਸ਼ੂ ਇੱਕ ਬੂਟੇ ਨਾਲ ਤ੍ਰਿਪਤ ਹੋ ਸਕਦਾ, ਕਈ ਐਡੇ ਬੂਟੇ ਝਾੜ ਬਣ ਜਾਂਦੇ ਆ, ਪਰ ਇਹਨੂੰ ਮੂੰਹ ਨਹੀਂ ਲਾਉਂਦੇ। ਡੋਡੇ ਆ, ਇਹਨਾਂ ਨੂੰ ਮੂੰਹ ਨਹੀਂ ਲਾਉਂਦੇ। ਹੁਣ ਗ੍ਰੰਥਕਾਰ ਕਹਿੰਦੇ ਸ਼ਾਸਤਰ ਪਈ ਨਰਨ ਗਿਆਨ ਨਿਜ ਅਧਿਕਤਾ, ਵੀ ਬੰਦੇ ਵਿੱਚ ਗਿਆਨ ਦੀ ਅਧਿਕਤਾ ਹੈ ਪਸ਼ੂਆਂ ਨਾਲੋਂ। ਤੇ ਫਿਰ ਇਹਨਾਂ ਚੀਜ਼ਾਂ ਨੂੰ ਜਿਹੜੀਆਂ ਦਿਮਾਗ ਨੂੰ ਵਿਗਾੜ ਰਹੀਆਂ, ਸਿਹਤ ਦਾ ਵੀ ਨਾਸ ਕਰਦੀਆਂ, ਪੈਸੇ ਦਾ ਵੀ, ਕਾਲਾ ਕਲੇਸ਼ ਵੀ, ਝਗੜੇ ਰਗੜੇ ਵੀ, ਤੇ ਸਰਕਾਰਾਂ ਦੀਆਂ ਵੀ ਪਾਬੰਦੀਆਂ ਉੱਤੇ ਸ਼ੰਕਾ ਵੀ ਹੋ ਜਾਂਦੀ। ਅਮਲੀ ਆਦਮੀ ਤੇ ਕੋਈ ਵਿਸ਼ਵਾਸ ਨਹੀਂ ਕਰਦਾ। ਹੋਰ ਵੀ ਕਈ ਦੋਸ਼ ਪੈਦਾ ਹੁੰਦੇ। ਆਪ ਸਾਰੇ ਸਿਆਣੇ ਆ, ਫਿਰ ਇਨਸਾਨ ਵਰਤ ਰਿਹਾ। ਹਾਲਾਂਕਿ 4 ਵੇਦ ਕਹਿ ਰਹੇ ਹੈ, 6 ਸ਼ਾਸਤਰ ਕਹਿ ਰਹੇ, 27 ਸਿਮਰਤੀਆਂ ਕਹਿ ਰਹੀਆਂ, 18 ਪੁਰਾਣ ਕਹਿ ਰਹੇ, ਹੋਰ ਮਤ ਮਤਾਂਤਰਾਂ ਦੇ ਗ੍ਰੰਥ ਤੇ ਗੁਰਬਾਣੀ ਵੀ ਕਹਿ ਰਹੀ ਹੈ। ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮ ਧੱਕੇ ਖਾਏ, ਐਸਾ ਮਦ ਮੂਲ ਨਾ ਪੀਚੇ, ਜੇ ਕਾ ਪਾਰ ਵਸਾਏ। ਗੱਲ ਤਾਂ ਸੀ ਨਰਨ ਗਿਆਨ ਨੇ ਅਧਿਕਤਾ, ਬੰਦਿਆਂ ਵਿੱਚ ਗਿਆਨ ਦੀ ਅਧਿਕਤਾ। ਇਹਦਾ ਮਤਲਬ ਇਹ ਨਹੀਂ ਕਿ ਅਨਪੜ੍ਹ ਆਦਮੀ ਐਸੀ ਗਲਤੀ ਕਰਦੇ, ਪੜ੍ਹੇ ਲਿਖੇ ਵੀ ਕਰ ਰਹੇ ਹੈ, ਜਿਹੜੇ ਦੂਸਰੇ ਨੂੰ ਮੱਤ ਵੀ ਦਿੰਦੇ ਹੈ, ਸੋਝੀ ਵੀ ਦਿੰਦੇ ਹੈ, ਆਪ ਜਾਣਦੇ ਵੀ ਹੈ ਕਿ ਇਹ ਚੀਜ਼ਾਂ ਨੁਕਸਾਨਦਾਈ ਹੈ, ਪਰ ਉਹ ਫਿਰ ਵੀ ਐਸਾ ਕਰ ਰਹੇ। ਸੁਸਾਇਟੀ ਦਾ ਪ੍ਰਭਾਵ ਹੈ, ਜਾਂ ਉਹਨਾਂ ਦਾ ਕੋਈ ਆਪਣਾ ਕਰਮਹੀਣਾ ਹੈ, ਜਾਂ ਉਹਨਾਂ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਲਾਪਰਵਾਹੀ ਵਾਲੀ ਅਵਸਥਾ, ਜਾਂ ਇਹਨਾਂ ਅਮਰ ਦੇ ਅਧੀਨ ਹੋ ਕੇ ਕਰ ਰਹੇ ਹੈ, ਜਾਂ ਚਿੰਤਾਗ੍ਰਸਤ ਹੋ ਕੇ ਕਰ ਰਹੇ ਹੈ, ਜਾਂ ਨੀਂਦ ਨਹੀਂ ਆਉਂਦੀ। ਕਈ ਇਉਂ ਕਰਦੇ ਆ, ਪਰ ਉਹ ਨੀਂਦ ਅੱਗੇ ਨੂੰ ਵੀ ਘੱਟ ਜਾਂਦੀ ਹੈ। ਜਿੰਨੇ ਨਸ਼ੇ ਆ ਉਹ ਗਰਮ ਖੁਸ਼ਕ ਆ ਜਾਂ ਸਰਦ ਖੁਸ਼ਕ ਆ। ਉਹ ਜਿਹੜੇ ਨਾੜੀਆਂ ਖੁਸ਼ਕ ਹੋ ਜਾਂਦੀਆਂ,
ਖਮਾਰੀ ਜੇ ਆ ਜਾਂਦੀ ਹੈ, ਉਹਦਾ ਨਾਂ ਲੋਕਾਂ ਨੇ ਨਸ਼ਾ ਰੱਖ ਲਿਆ। ਉਹ ਹੈ ਤਾਂ ਕੋਈ ਐਡੀ ਚੀਜ਼ ਨਹੀਂ। ਸੋ ਇਸ ਵਾਸਤੇ ਬਾਣੀ ਇਹ ਕਹਿ ਰਹੀ ਹੈ, ਚਾਰ ਪੁਕਾਰ ਹੈ ਨਾ ਤੂੰ ਮੰਨ। ਚਾਰ ਵੇਦ ਵੀ ਤੈਨੂੰ ਪੁਕਾਰ ਪੁਕਾਰ ਕੇ ਕਹਿ ਰਿਹਾ, ਤੂੰ ਉਹਨਾਂ ਦੀ ਗੱਲ ਵੀ ਮੰਨੀ ਨਹੀਂ। ਖਟ ਪੀ ਏਕਾ ਬਾਤ ਵਖਣ। 6 ਸ਼ਾਸਤਰ ਵੀ ਤੈਨੂੰ ਇੱਕ ਗੱਲ ਇਹ ਗਿਆਨ ਦੀ ਕਹਿ ਰਹੇ ਕਿ ਬੁਰਾਈ ਤੋਂ ਬਚ ਚੰਗਿਆਈ ਨੂੰ ਧਾਰ, ਤੇ ਆਪਣੀ ਜ਼ਿੰਦਗੀ ਦਾ ਜੋ ਪ੍ਰਯੋਜਨ ਮਨੁੱਖ ਜਨਮ ਦਾ, ਜਿਸ ਮਾਲਕ ਤੋਂ ਵਿਛੜਿਆ ਉਹਦੀ ਪ੍ਰਾਪਤੀ, ਇਹਨੂੰ ਪੂਰਾ ਕਰ। ਖਟ ਪੀ ਏਕਾ ਬਾਤ ਵਖਣ। 6 ਸ਼ਾਸਤਰ ਵੀ ਤੈਨੂੰ ਇਹੀ ਗੱਲ ਕਹਿ ਰਹੇ। 10 ਅਸ਼ਟੀ ਮਿਲ ਏਕੋ ਕਹਿਆ। 10 ਤੇ 8 ਹੋ ਗਿਆ 18। 18 ਪੁਰਾਣ ਉਹਨਾਂ ਦੇ ਕਰਤਿਆਂ ਨੇ ਵੀ ਮਿਲ ਕੇ ਤੈਨੂੰ ਇਹੀ ਗੱਲ ਕਹੀ ਹੈ, ਤਾਂ ਵੀ ਜੋਗੀ ਭੇਦ ਨਾ ਲਹਿਆ। ਫਿਰ ਵੀ ਇਹ ਜੋਗੀ ਤੂੰ ਇਸ ਭੇਦ ਰਾਜ ਨੂੰ ਸਮਝਿਆ ਹੀ ਨਹੀਂ, ਇਸ ਅੰਤਰ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਤੇਰੀ ਕਿੰਕਰੀ ਅਨੂਪ ਵਾਜੈ। ਸੁਣ ਜੋਗੀ ਕਹਿ ਮਨ ਮੀਠੀ ਲਾਗੈ। ਜੋਗੀਆ ਮਤਵਾਰ ਹੋ ਰੇ। ਇਹ ਇਨਸਾਨ ਤੂੰ ਮਤਵਾਲਾ ਝੱਲਾ ਪਾਗਲ ਹੋਇਆ ਘੁੰਮ ਰਿਹਾ, ਰਾਗ ਰਲੀਆਂ ਤੇ ਬੜੀਆਂ ਮਨਾ ਰਿਹਾ, ਸਾਜ਼ਾਂ ਦੀ ਧੁਨੀ ਵਿੱਚ ਲੀਨ ਹੋ ਰਿਹਾ, ਪਾਦੇ ਜਿਹੜੇ ਵਕਾਰ ਐਬ ਸੀ ਇਹਨਾਂ ਨੂੰ ਤੂੰ ਤਿਆਗ ਨਹੀਂ ਰਿਹਾ। ਹੁਣ ਇੱਕ ਗੱਲ ਦੀ ਵਿਚਾਰ ਕਰਕੇ ਦੇਖੀਏ ਕਿ ਪਰਮੇਸ਼ਰ ਨੇ ਜਦੋਂ ਕਿਸੇ ਨੂੰ ਪੈਦਾ ਕੀਤਾ, ਉਹ ਬਿਲਕੁਲ ਨਿਰਦੋਸ਼ ਸੀ। ਰੱਬ ਨੇ ਤੇ ਬੁਰਾ ਪੈਦਾ ਹੀ ਨਹੀਂ ਕੀਤਾ। ਬੱਚਾ ਜਿਹੜੇ ਜਨਮਿਆ ਸੀ ਉਹਦੇ 'ਚ 5 ਵਕਾਰਾਂ 'ਚ ਕੋਈ ਵਕਾਰ ਸੀ, ਉਹਦੇ 'ਚ ਕੋਈ ਈਰਖਾ ਸੀ, ਉਹ 'ਚ ਕੋਈ ਨਫ਼ਰਤ ਸੀ, ਘਿਰਣਾ ਸੀ। ਜਿਹੜਾ ਵੀ ਬਾਹਾਂ ਲਡਾਉਂਦਾ ਸੀ ਉਹਦੇ ਕੁਛ ਚੜ੍ਹ ਜਾਂਦਾ ਸੀ, ਬੜਾ ਪਿਆਰ ਕਰਦਾ ਸੀ ਅਤੇ ਸਭ ਨੂੰ ਬੜਾ ਹਰਮਨ ਪਿਆਰਾ ਲੱਗਦਾ ਸੀ। ਉੱਥੇ ਜਾਤੀ ਪਾਤੀ ਧਰਮ ਮਜ਼ਹਬ ਦਾ ਵੀ ਕੋਈ ਸਵਾਲ ਨਹੀਂ ਸੀ। ਜਦੋਂ ਇਹ ਆਇਆ ਸੀ ਕਿੰਨਾ ਸ਼ੁੱਧ ਸੀ, ਪਰ ਜਿਉਂ-ਜਿਉਂ ਸਾਡੀ ਸੁਸਾਇਟੀ ਦਾ ਪ੍ਰਭਾਵ ਲਿਆ, ਜਿਹੋ ਜਿਹਾ ਅਸੀਂ ਸੇ ਉਹ ਜਿਹਾ ਉਹਨੂੰ ਪ੍ਰਭਾਵ ਦੇਈ ਗਏ, ਉਸ ਤਰ੍ਹਾਂ ਦੀ ਉਹਨਾਂ ਦੀ ਨੇਚਰ ਬਣੀ। ਕੁਝ ਸਾਤੋਂ, ਕੁਝ ਸਮਾਜ ਵਿੱਚੋਂ, ਕੁਝ ਜਿੱਥੇ ਜਿੱਥੇ ਉਹ ਸੰਪਰਕ ਬਣਿਆ, ਉੱਥੇ ਉੱਥੇ ਜਿਸ ਤਰ੍ਹਾਂ ਦੀ ਸੁਸਾਇਟੀ ਮਿਲੀ, ਉਸੇ ਤਰ੍ਹਾਂ ਦੀ ਉਹ ਧਾਰਨਾ ਦੇ ਵਿੱਚ ਪ੍ਰਵਿਰਤ ਹੁੰਦਾ ਗਿਆ। ਧਰਮ ਦੇ ਤੌਰ ਤੇ ਕਿ ਬਾਬਾ ਅਤਰ ਸਿੰਘ ਸਾਹਿਬ ਜੀ ਨੂੰ ਪ੍ਰਸ਼ਨ ਕੀਤਾ ਕਿ ਫਲਾਨਾ ਧਰਮ ਉੱਤਮ ਹੈ, ਫਲਾਨਾ ਜ਼ਿਆਦਾ ਮਹਾਨਤਾ ਰੱਖਦਾ। ਉਹ ਕਹਿੰਦੇ ਅਸੀਂ ਇਸ ਵਿਵਾਦ ਵਿੱਚ ਪੈਣਾ ਚਾਹੁੰਦੇ ਨਹੀਂ। 6 ਮਹੀਨੇ ਲਈ ਹਰ ਬੰਦੇ ਨੂੰ ਇੱਕ ਜਗ੍ਹਾ ਬੰਦ ਰੱਖਿਆ ਜਾਏ, ਉੱਥੇ ਉਹਨੂੰ ਖਾਣ ਪੀਣ ਪਹਿਨਣ ਸਾਰੀ ਕਿਰਿਆ ਕੀਤੀ ਜਾਏ, ਸਾਰਾ ਪ੍ਰਬੰਧ। ਐਸਾ ਹੋਇਆ ਜਿਹੜੇ ਦੇਖਿਆ ਤੇ ਸਾਰੇ ਹੀ ਜਟਾਜੂਟ ਮਨੁੱਖ ਸੀ। ਸੰਤ ਕਹਿਣ ਲੱਗੇ ਹੁਣ ਦੱਸੋ ਕਿ ਕਿਹੜਾ ਧਰਮ ਫਿਰ ਵੱਡਾ ਹੈ। ਬਾਕੀ ਤਾਂ ਹਰ ਇੱਕ ਨੇ ਆਪਣੇ ਢੰਗ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਰੱਬ ਨੇ ਜਿਸ ਤਰ੍ਹਾਂ ਭੇਜਿਆ ਉਹ ਤਾਂ ਫਿਰ ਇਸੇ ਤਰ੍ਹਾਂ ਹੀ ਹੈ। ਕਿ ਜਿਹੜਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿਧਾਂਤ ਦਿੱਤਾ, ਉਹਨਾਂ ਨੇ ਕੋਈ ਬਨੌਟ ਵਗੈਰਾ ਤੇ ਬਣਾਈ ਨਹੀਂ। ਜਿਸ ਤਰ੍ਹਾਂ ਨੈਚੁਰਲ ਤੌਰ ਤੇ ਪਰਮੇਸ਼ਰ ਨੇ ਮਨੁੱਖ ਨੂੰ ਭੇਜਿਆ, ਉਸੇ ਪ੍ਰਕਿਰਿਆ ਵਿੱਚ ਰਹਿਣ ਦੀ ਸਾਰਿਆਂ ਲਈ ਇਜਾਜ਼ਤ ਹੈ। ਕੁਝ ਵਿਅਕਤੀਆਂ ਨੇ, ਚਾਹੇ ਉਹ ਧਾਰਮਿਕ ਹੁੰਦੇ ਆ, ਉਹਨੇ ਆਪਣੇ ਢੰਗ ਨਾਲ ਇਹ ਸਾਰਾ ਕੁਛ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ
जिस तरह परमेश्वर ने भेजा वो नैचुरल अवस्था विच रहण दा हुक्म दिता। इनू तुसीं सिख समझ लो जां तुहाडी की भावना है। हुण दसो छोटा वड्डा कौन है? फिर वो मनना पिया कि नैचुरल तो यही है। गज के बोलो, क्यों ये बनावट तो कोई बनाई नहीं जिस तरह उन्हें भेजा। सो इस वास्ते इंसान कुछ गल्लां अपने ढंग नाल बाहर की क्रिया लै लो, अंदर की क्रिया लै लो, जां कोई असूल कानून नियम बनाउंदा वो आपो अपना। एक चीज़ हैगी है जिहड़ी कुदरती तौर पर हैगी है। हुण जिहड़ी पंजां तत्तां दी प्रक्रिया इहनूं कोई इंसान अपने ढंग नाल ते बना नहीं सकदा। ये नैचुरल है। ये जिवें देखण दी क्रिया ये भी कुदरती है, सुनण दी क्रिया है, बोलण दी है, सूंघण दी है, पकड़न दी है, चलन फिरन दी है, मन दे फुरने दी है, बुद्धि की कोई गल ज्ञान धारणा करन वाली है। ये सारिया चीज़ां कुदरत वल्लों ही हैगियां। भुख प्यास है, नींद है ते जां होर क्रियावां शरीर दीयां हैगियां। ये सारियां तकरीबन सारियां दे अंदर इक्को ही ढंग बीत रहीआं। पर इंसान ने कुछ गल्लां अपने वालों थोप के उन्होंने अपना बना लिया कि यह साडा धर्म विशेष है, फलाना घाटिया जां वधिया। पर धन श्री गुरु नानक देव जी ने जो संसार के उत्ते कृपा करके ये दसिया, लोगों ने वंडियां भी पाइयां, धर्म स्थानां की वंड की और मनुष्यों की भी वंड की है। ब्राह्मण है, खत्री है, वैश्य है, शूद्र है, ये ब्रह्मचारी है, गृहस्थी है, बाणप्रस्थी है, सन्यासी है। उधर उन्होंने भी है शेख है, सैयद है, मुगल है, पठान है। उन्होंने भी फिरके बड़े बने हुए। पर महाराज ने तो एक सिद्धांत गुरबाणी विच पातशाह देगा, एक पिता। ये गल दसो, इस सृष्टि नूं पैदा करने 2 3 या 4 5 10 है। जिन्ने सियाने इत्थे आके तो सहमत होंगे तो एक है, वो भी कहते रब्बल आलमीन, ते रब एक है। ते जे एक है उहदे निमित्त विच मंदिर बनाया गया मक्के मदीने का, ये तुहाडा कलियां दा उहदे ते छापा किवें हो गया? गज के बोलो। ज्यादा रब्बल आलमीन सारियां च है, सारे आलम च है। फिर तुसीं कहा ये रब दा घर आ, ते रब जिहड़ा व्यापक है, जे व्यापक आ तो फिर कबीर साहब ने तो यह कहना फिर तुसीं ये कहने भी रब इत्थे रह रहा। कोई कह रहा दखण देश हरी का वासा, पश्चिम अलह मकामा, दिल में खोज दिला दिल खोजो यही ठौर मकामा। तो जे तुसीं ऐसा कहने कि एक जगह ये रब दा घर आ, अवर मुल्क केरा, ये होर मुल्क किहदा होया? सारी सृष्टि पैदा तो नहीं की है, सारी धरती उन्हें बनाई है। आकाश उन पैदा किया, साचे ते पवना पया, पवने ते जल होए, जल ते तिरपुन साजा, घट जोत होए। सच्चे तो माया हुई, माया तो 3 गुण हो गए, 3 गुणा तो गा 25 प्रकृतियां हुई, मैं तत्व हो गया। फिर साध संगी ये आकाश हो गया, आकाश तो हवा हो गई, हवा तो आग हो गई, आग तो पानी हो गया, पानी तो धरती हो गई, धरती चों 18 प्रकार की वनस्पति पैदा हो गई, अन्न पैदा हो गया। जड़ा अन्न सी वो वर्षा द्वारा होया, वर्षा जगह तो हुई, जगह दीयां विधियां वेदां विच लिखियां, वेद अकरे विनाशी परमात्मा तो पैदा हुए। ते फिर वो जिहड़ा अन्न सी मनुष्य ने खाधा, माता पिता की आंस हुई, उतों इंसान पैदा हो गए। इस तरह दूजी प्रकृति का कोई आंडिया की है, कोई जेर की है, कोई सेहत पसीने की है, कोई उत्पज वनस्पति धरती जो पैदा होंगी है। चारे खानियां चारे बाणियां, परा पसंती मधवा ते वैखरी आदि
पैदा हो गई, ये सारा कुछ कीता तो उन्हें ही है। तो फिर ये जुदापन कित्थों आ गया? और धर्म के नाम के उत्ते किन्नियां लड़ाइयां होईयां ते हो रही, और धर्म नूं फैलाउण वास्ते दूए धर्म वालियां उत्ते किन्ने जुल्म होए। वो फिर कहंदे भी तुसीं कहता वो दक्षिण विच आ, उन्हीं कहता वो पश्चिम विच आ, दिशा भी कल्प लईआं। जितने वेले भी उन्हें इधर नूं मूँह करके करना, उन्हें इधर नूं मूँह कर करना, ते दिशा भी बना लईआं। इस दिशा जिहड़ी है फलाने धर्म की है, फलाने धर्म की है। ये मंत्र जिहड़ा ये नाम फलाने का, ये फलाने का हैगा। ते पातशाह कहंदे आ ये सिद्धांत धन श्री गुरु नानक देव जी ने इन्हां लोकां नूं दिता जिहड़े इन्हां जंजीरां विच जकड़े पए सी। तो जिथे वो आप फसे हुए सी उत्थे दुआं नूं फसाई जांदे सी। क्योंकि फासन की विद सब को जाने, छूटन की कोई। फसाने दीयां विधियां सारे दसदे सी, छुटकारे दी नहीं। क्योंकि धर्म जड़ा है, धर्म तां बंधन नूं तोड़न वाली चीज़ सी, पर वो धर्म ऐसा भी नहीं बनाया। वो शरां दीयां जंजीरां विच बंध दिते। पातशाह कहंदे एक पिता, सारियां दा पिता एक। ये मनदे हैं, कहंदे इहदा मनदे हैं। ते फिर ये क्यों हो गया भी उत्थे फलाने धर्म नाल नहीं आ सकदा, उत्थे फलाने दा नहीं जा सकदा? ये गल क्यों हो गई? इत्थे फिर तुहाडी अपनी मत आ गई। ते जे गुरु की मत रहिंदी फिर तो गल बननी ना। पर जिथे गुरु की मत सी उत्थे तो फिर आना रंग बराबरी, पैरी पवना जग वरताया। उहदी नींह पत्थर रखन लगिया भी कोई दवैश नहीं रखी। साईं मियाँ मीर नूं बुलाया गया, गज के बोलो। उहदे 4 दरवाजे रखे, चारे वर्णा चारे आश्रमां दा, कोई जाति जां कोई धर्मवाद। फिर लंगर विच संगत पंगत विच कोई ऐसा नहीं रखिया। ब्राह्मणों की पंगत जुदी लगे, खत्रियां की जुदी लगे, वैश्यां की जुदी लगे, शूद्रां की जुदी लगे। ये भी नहीं रखिया नहीं। जां कोई होर धर्म का, जां कोई होर मत मतांतर का। जे गल कही है तो कही नहीं करके विखाई है। एक पिता, सारियां दा पिता एक है। एक सके हम बारक, असीं सारियां जिन्ने भी हैगे आ सारे उहदे बच्चे बच्चियां आ। तू मेरा गुर हाई, आप जी साडे गुरु हाई मैंने बड़े हो। सो इस वास्ते ये सिद्धांत सतगुरु गरीब नवाज जी ने बख्शिश किया, वंडियां नहीं पाइयां। इतना उच्चा सिद्धांत सतगुर सच्चे पातशाह जी का है। सो इस वास्ते हुण इहदे विच गल यही है कि नरन ज्ञान निज अधकता। बंदे दे विच ज्ञान की अधकता हैगी है, विशेषता। ते जे ज्ञान पैदा नहीं किया, ज्ञान मिलेगा ज्ञानवाना तो, ध्यान ध्यानिया तो मिलेगा। क्योंकि जिहो जी चीज़ सीखनी है उहो जिहा व्यक्ति तो आपां नूं वो ओकेशनां तां लैणियां पैणगीਆਂ। जे हुण शास्त्र विद्या ते जिहड़ा शास्त्र विद्या का अभ्यासी है वो तो ही मिलेगी ना। वह कितों दसदा है? हुण सुनियारे नूं कहीए मैनूं बंदूक चलाउणी सिखा दे, सुनियारा जिहड़ा वो गहणे बनाउणे तां सिखा देगा, ते शास्त्र तैनूं कित्थों सिखा लेगा? हुण जिहड़ा मूलियां गाजरां बेचण वाला वो साध संगत जी तैनूं कोई विज्ञानक गल की समझाएगा? ये तो जिहो जिहा है वो तो जिहो जिहा गुण लेना, उहो जिहा टीचर, उहो जिहा उस्ताद, उहो जिहा व्यक्ति दी आपां नूं संगत करनी पैगी। इस तरह व्यवहार जिहड़ा वो व्यवहारक बंदियां तो ही सही मिलता। समाजिक तात्या वो समाजिक बंदियां तो मिलणगे, राजनीति के तात्या वो राजनीतिकां तो मिलणगे।
ਜਿਹੜੇ ਧਾਰਮਿਕ ਆ ਉਹ ਧਾਰਮਿਕ, ਤੇ ਫਿਰ ਜਿਹੜੇ ਪਰਮਾਰਥਕ ਆ ਰੂਹਾਨੀਆਂ ਦੇ ਭੇਦ ਆ। ਪਰਮ ਅਰਥ, ਪਰਮ ਜੋ ਵੱਡਾ ਸਾਰਿਆਂ ਨੂੰ, ਉਹਦੇ ਸੰਬੰਧੀ, ਉਸ ਪਰਮਾਤਮਾ ਦੀ ਖੋਜ ਸੰਬੰਧੀ। ਹੁਣ ਕਈ ਧਰਮ ਸ਼ਾਸਤਰ ਪੜ੍ਹੇ ਆ, ਉਹਨਾਂ ਦੇ ਗਿਆਨੀ ਪੰਡਤ ਬੁੱਧੀਜੀਵੀ ਵੱਡੇ ਵੱਡੇ ਹੋਣਗੇ, ਕਥਾਵਾਚਕ ਬਣ ਜਾਣਗੇ, ਵਿਆਖਿਆਕਾਰ ਹੋ ਜਾਣਗੇ, ਪਰ ਜਿਹੜੀ ਗੱਲ ਲਈ ਗ੍ਰੰਥ ਨੇ ਕਿਹਾ, ਪੰਥ ਨੇ ਕਿਹਾ ਜਾਂ ਗੁਰਬਾਣੀ ਨੇ ਕਿਹਾ, ਉਸ ਮੰਜ਼ਿਲ ਤੇ ਜੇ ਉਹ ਨਹੀਂ ਪਹੁੰਚਾ, ਉਹ ਤੁਹਾਨੂੰ ਅਰਥ ਪੜ੍ਹਾ ਦੇਗਾ, ਵਿਆਕਰਨ ਦਾ ਬੋਧ ਦੇ ਦੇਗਾ, ਸੰਗੀਤਕ ਢੰਗ ਸਿਖਾਲ ਦੇਵੇਗਾ, ਪਰ ਜਿਹੜੀ ਪਰਮਾਰਥਕ ਰੂਹਾਨੀਅਤ ਦੀ ਭੇਦ ਆ ਬੁੱਝੇ, ਇਹ ਤਾਂ ਉਹ ਰੂਹਾਨੀਅਤ ਦੇ ਮਾਰਗ ਤੇ ਚੱਲਣ ਵਾਲੇ ਜਿਹੜੇ ਪੰਧਾਊ, ਜਿਨ੍ਹਾਂ ਨੇ ਕੋਈ ਪ੍ਰੈਕਟੀਕਲ ਕਰਕੇ ਗੁਪਤ ਰਾਜਾਂ ਨੂੰ ਪ੍ਰਗਟ ਕੀਤਾ, ਉਹਨਾਂ ਦੁਆਰਾ ਹੀ ਇਹ ਚੀਜ਼ ਮਿਲੇਗੀ। ਅੰਦਾਰਪਾਲ ਵਾਲਿਆਂ ਕੋਲ ਟਾਟਾ ਸਰਦਾਰ ਦਇਆਲ ਸਿੰਘ ਬੜੇ ਇੰਜੀਨੀਅਰ ਸੀ। ਇਹ ਗੱਲ ਵੈਸੇ ਮੇਰੇ ਨਾਲ ਉਹਨਾਂ ਦੀ ਡਾਇਰੈਕਟ ਹੋਈ ਆ, ਇੱਕ ਹੁੰਦੀ ਸੁਣੀ ਸੁਣਾਈ, ਉਹਦੇ ਵਿੱਚ ਥੋੜ੍ਹਾ ਬਹੁਤ ਰਲਾਵਟ ਵੀ ਹੋ ਜਾਂਦੀ ਹੈ, ਗਾਉਂਦੇ ਗਾਉਂ ਬਚਨ ਫੇਰ ਕਈ ਰੂਪ ਧਾਰ ਜਾਂਦਾ। ਜਿਹੜੀ ਸਿੱਧੀ ਗੱਲ ਹੋਈ ਹੋਵੇ ਉਹਦਾ ਤੇ ਥਰਡ ਪਰਸਨ ਦੁਆਰਾ ਥੋੜ੍ਹਾ ਬਹੁਤ ਹਰ ਗੱਲ ਦਾ ਭੇਦ ਹੋ ਜਾਂਦਾ। ਉਹ ਕੁਦਰਤੀ ਆਏ ਤੇ ਵਿਚਾਰ ਚੱਲ ਪਈ, ਚੱਲ ਪੈਂਦੀ ਹੈ। ਸਿਆਣੇ ਬੰਦੇ ਜਿੱਥੇ ਬਹਿੰਦੇ ਆ ਵਿਚਾਰ ਚੱਲ ਪੈਂਦੀ ਹੈ, ਅੱਜ ਵੀ ਚੱਲਦੀ ਰਹਿੰਦੀ ਹੈ। ਹੁਣ ਵੀ ਉਸ ਵਿਚਾਰ ਨੂੰ ਹੀ ਚਲਾ ਰਹੇ ਹਾਂ, ਹੋਰ ਤੋਂ ਕੋਈ ਆਪਣਾ ਪ੍ਰਯੋਜਨ ਹੀ ਨਹੀਂ ਹੈ। ਉਹ ਸਾਧ ਸੰਗਤ ਜੀ ਬਚਨ ਜਿਹੜੇ ਚੱਲਿਆ, ਤੇ ਮੈਂ ਕਿਹਾ ਤੁਸੀਂ ਮਹਾਂਪੁਰਖਾਂ ਦੇ ਸੰਪਰਕ 'ਚ ਕਿਵੇਂ ਆਏ? ਕਿਉਂਕਿ ਕੋਈ ਨਾ ਕੋਈ ਕਾਰਨ ਤੇ ਬਣਦਾ ਹੀ ਹੈ। ਡਾਕਟਰ ਕੋ ਮਰੀਜ਼ ਹੋਏਗਾ ਤੇ ਜਾਏਗਾ, ਵੈਸੇ ਤਾਂ ਕੋਈ ਪ੍ਰਯੋਜਨ ਨਹੀਂ। ਸੋ ਇਸ ਵਾਸਤੇ ਕਿ ਤੁਸੀਂ ਸੰਤਾਂ ਕੋ ਆਏ, ਜਾਤੀ ਤੌਰ ਤੇ ਕੋਈ ਰਿਸ਼ਤਾ ਜਾਂ ਕੋਈ ਹੋਰ ਸੰਬੰਧ, ਤੇ ਐਸਾ ਕਈ ਵਾਰੀ ਨਹੀਂ ਵੀ ਹੁੰਦਾ, ਤੇ ਜਾਂ ਕੋਈ ਲੈਣ ਦੇਣ ਦਾ ਜਾਂ ਕੋਈ ਹੋਰ ਵੱਟ ਵਿਹਾਰ, ਕੋਈ ਨਾ ਕੋਈ ਕਾਰਨ ਤੇ ਹੁੰਦਾ ਹੀ ਹੈ। ਉਹ ਕਹਿੰਦਾ ਜੀ ਤੇ ਮੈਂ ਸੰਤਾਂ ਕੋਲ ਆਇਆ। ਸੰਤਾਂ ਕੋ ਆਪਣੇ ਬੜੇ ਕਈ ਪ੍ਰਸ਼ਨ ਰੱਖੇ, ਜਿਹੜੇ ਮੈਂ ਆਪਣੇ ਮਨ 'ਚ ਲਈ ਕਰਦਾ ਸੀ। ਬਹੁਤ ਪ੍ਰਸ਼ਨ ਕੀਤੇ ਉੱਤਰ ਲੈਣ ਲਈ, ਤੇ ਮੈਨੂੰ ਸੀ ਕਿ ਮੈਂ ਇੰਜੀਨੀਅਰ ਹਾਂ, ਪੜ੍ਹਿਆ ਲਿਖਿਆ, ਮੈਥਮਾ ਡਿਗਰੀ ਆ, ਡਿਪਲੋਮਾ ਆ, ਜਾਂ ਮਾਇਆ ਦਾ ਵੀ ਕੋਈ ਮਾਣ ਵਗੈਰਾ ਹੋ ਜਾਂਦਾ ਜਦੋਂ ਬੰਦਾ ਚੰਗਾ ਕੋਈ ਪਦਵੀ ਯੋਧਾ ਹੋਵੇ। ਸੰਤ ਕਹਿਣ ਲੱਗੇ ਬਾਕੀ ਵਚਨ ਫੇਰ ਕਰਾਂਗੇ, ਤੂੰ ਇਹ ਦੱਸ ਤੇਰਾ ਨਾਂ ਕੀ ਹੈ? ਉਹ ਕਹਿੰਦਾ ਜੀ ਮੇਰਾ ਨਾਂ ਦਇਆਲ ਸਿੰਘ ਆ। ਸੰਤ ਕਹਿਣ ਲੱਗੇ ਕਿ ਦਇਆਲ ਸਿੰਘ ਕਿਹੜੀ ਚੀਜ਼ ਦਾ ਨਾਂ ਹੈ? ਇਹ ਸਾਰੇ ਸਰੀਰ ਦਾ ਨਾਂ ਤਾਂ ਮਨੁੱਖ ਆ, ਆਦਮੀ ਆ। ਹੁਣ ਇਹ ਸਿਰ ਆ, ਇਹ ਅੱਖਾਂ ਆ, ਇਹ ਨੱਕ ਆ, ਇਹ ਕੰਨ ਆ, ਮੂੰਹ ਆ, ਹੱਥ ਲੱਤਾਂ ਪੈਰ, ਸਰੀਰ ਦੇ ਜੁਦੇ ਜੁਦੇ ਫਿਗਰ ਹੈਗੇ ਆ। ਹਾਂਜੀ, ਤੇ ਇਸ ਤਰ੍ਹਾਂ ਇਹ ਸਾਰਾ ਸਰੀਰ ਹੈ, ਕਿੰਨੀਆਂ ਨਾੜੀਆਂ, ਕੀ ਕੁਛ ਇਹਦੇ 'ਚ ਹੈਗਾ। ਤੇ ਦਇਆਲ ਸਿੰਘ ਕਿਹੜੀ ਚੀਜ਼ ਦਾ ਨਾਂ? ਕਹਿੰਦੇ ਜਦੋਂ ਇੰਨੀ ਗੱਲ ਕਹੀ ਫੇਰ ਮੈਂ ਉਲਝਣ ਇਹ 'ਚ ਫਸ ਗਿਆ। ਤੇ ਮੈਂ ਤਾਂ ਆਇਆ ਸੀ ਤੇ ਸੰਤ ਉਹਨਾਂ ਨਾਲ ਜਾਊਂਗਾ, ਪ੍ਰਸ਼ਨ ਬੜੇ, ਤੇ ਉਹਨਾਂ ਨੇ ਪਹਿਲੀ ਗੱਲ 'ਚ ਮੈਨੂੰ ਰੋਲ ਦਿੱਤਾ। ਮੈਂ ਜਿਹੜੇ ਸੋਚਾਂ 'ਚ ਪੈ ਗਿਆ, ਸੰਤ ਕਹਿਣ ਲੱਗੇ ਤੂੰ ਤਾਂ ਇੰਜੀਨੀਅਰਿੰਗ ਸੀ, ਇੰਜੀਨੀਅਰਿੰਗ ਕੀਤੀ ਹੋਈ ਸੀ, ਇੰਜੀਨੀਅਰ ਸੀ ਭਾਈ। ਉਹ ਕਹਿੰਦਾ ਮਹਾਰਾਜ ਤੇ ਇੰਜੀਨੀਅਰ ਹੀ ਸੀਗੀ, ਪਰ ਤੁਹਾਡੇ ਇੱਕ ਵਚਨ ਨੇ ਫੇਲ ਕਰ ਦਿੱਤੀ। ਪ੍ਰਸ਼ਨ ਤਾਂ ਮੇਰੇ ਬਹੁਤ ਸੀ, ਤੁਸੀਂ ਪ੍ਰਸ਼ਨ ਨਹੀਂ ਕੀਤਾ। ਤੁਸੀਂ ਕਿਹਾ ਵੀ ਇੱਕ ਗੱਲ ਪਹਿਲਾਂ ਇਹ ਦੱਸ, ਤੇ ਉਹ ਤੋਂ ਬਾਅਦ ਅਗਲੀ ਗੱਲ ਕਰਾਂਗੇ।
फिर वो कहन लगा, पहला तो मैं बड़ा आया सी होर हिसाब दे विच, ते जिहड़े उन्होंने बचन किया, मैं फिर पब्बां भार हो गया कि अखां च अथरू भी आ गए ते हथ भी जुड़ गए। फिर कहते मैं बेनती की, आप कृपा करो कि ये दयाल सिंह कौन है। जिवें बुला शाह ने बोलिया, की जाना मैं कौन, ना मैं मोमन बिच मसीता, ना मैं बिच पुखर दियां रीतां, बोलिया की जाना मैं कौन, मैं कौन है। महापुर कहन लगे, परमेश्वर ने तैनू मनुष्य बनाया, पर मनुष्य जिंदगी का प्रयोजन की है, जिहदा इन्ना के रखीए, कोई सौ लिया खा लिया, न्याणे जमा लै ते लड़ भिड़ लिया, ये तो फिर पशु पंछियों च भी है। मनुष्य का प्रयोजन तो यही सी, कबीर मानस जन्म दुलंभ है, होत न बारंबार, ज्यों बन फल पाके भोए गिरै, बोहर न लागै डार। होवे भी दरख्त जंगल विच, फल लग्या, फुल लग्या, किने ना घराओ लाओ, वो फुल नूं सूंघिया तो किसी ने है ही नहीं, वो तो आपे झड़ झुड़ गया, फल किसी ने खाधा ही नहीं, ਉਹਦਾ ਕੀ ਲਾਭ ਹੋਇਆ। ਸੰਤ ਫਿਰ ਕਹਿਣ ਲੱਗੇ, ਚੰਗਾ ਹੁਣ ਅੱਜ ਤੂੰ ਜਾ ਤੇ ਸਵੇਰੇ ਤੂੰ ਫਿਰ ਕੇਸੀ ਇਸ਼ਨਾਨ ਕਰਕੇ ਇੰਨੇ ਵਜੇ ਸਾਡੇ ਕੋਲ ਆਏ। ਕਹਿੰਦੇ ਫਿਰ ਮੈਂ ਉਹਨਾਂ ਦੇ ਦਸੇ ਹਦਾਇਤ ਦੇ ਨਾਲ ਫਿਰ ਗਿਆ ਤੇ ਸੰਤਾਂ ਨੇ ਫਿਰ ਮੈਨੂੰ ਬਹਾਲਿਆ। ਫਿਰ ਉਹਨੇ ਦਿਵ ਦ੍ਰਿਸ਼ਟੀ ਪਾਈ, ਜਿਵੇਂ ਬਾਣੀ 'ਚ ਵੀ ਆਉਂਦਾ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕੋ ਦੁਖ ਬਦਾਰੂ। ਫਿਰ ਉਹਨਾਂ ਨੇ ਮੈਨੂੰ ਅਗਲੀ ਗੱਲ ਉਹ ਕਿਰਪਾ ਦੁਆਰਾ ਸਾਖਿਆਤ ਕਰਾਈ। ਫਿਰ ਪਤਾ ਲੱਗਿਆ कि मैं शरीर नहीं, तिन्ने देहां भी नहीं, प्राण भी नहीं, मन भी नहीं, बुद्धि भी नहीं, मैं तो एक चेतन स्वरूप आत्मा हाँ। इस वास्ते ये जिहड़ी रूहानियत की मंजिल आ, परमार्थक ਗਿਆਨੀ ਜਿਹੜਾ ਉਹ ਸ਼ਬਦ ਪੜ੍ਹਾ ਦੇਗਾ, ਸ਼ਬਦ ਦੀ ਵਿਆਖਿਆ ਸਿਖਾ ਦੇਗਾ, ਗਿਆਨੀ ਬਣਾ ਦੇਗਾ। ਹੋਰ ਗੁਣਾਗ ਪੁਰਸ਼ ਆ ਜਿਹੜਾ ਉਹਦੇ ਕੋਲ ਗੁਣ ਆ ਜਿੰਨਾ ਉਹਨਾਂ ਨੂੰ ਦੇ ਦੇਗਾ। ਉਹਦੇ ਦੁਆਰਾ ਮਾਇਆ ਮਾਨ ਇੱਜ਼ਤ ਸਤਿਕਾਰ, ਕੋਈ ਦੁਨਿਆਵੀ ਕਿਸੇ ਸਥਾਨ 'ਤੇ ਕੁਝ ਪਦਵੀ ਵੀ ਮਿਲ ਸਕਦੀ ਹੈ। ਵੱਡੇ ਤੋਂ ਵੱਡੇ ਸਥਾਨ ਦਾ ਉਹ ਮੁਖੀ ਸੇਵਾਦਾਰ ਵੀ ਹੋ ਸਕਦਾ, ਕਿਸੇ ਜਥੇਬੰਦੀ ਦਾ ਮੁਖੀ ਹੋ ਸਕਦਾ, ਪ੍ਰਧਾਨ ਹੋ ਸਕਦਾ, ਸ਼੍ਰੋਮਣੀ ਵੀ ਉਹਨੂੰ ਕਹਿ ਦਿਆਂਗੇ। ਪਰ ਜਿੰਨਾ ਚਿਰ ਉਹ ਆਤਮਾ ਦਾ ਗਿਆਨੀ ਨਹੀਂ ਬਣਿਆ, ਉਨਾ ਚਿਰ ਉਹ ਪ੍ਰਧਾਨ ਹੋ ਕੇ ਵੀ ਅਗਿਆਨੀ ਆ। ਉਹਦਾ ਦੁਨਿਆਵੀ ਪ੍ਰਧਾਨ ਹੈ, ਦੁਨਿਆਵੀ ਪਦਵੀ ਹੈ। ਉੱਥੇ ਤਾਂ ਗੁਰਬਾਣੀ ਦੇ ਕਰਤੇ ਨੇ ਇਹ ਗੱਲ ਕਹੀ ਹੈ ਕਿ ਬਸਤਾ ਟੁੱਟੀ ਝੌਂਪੜੀ, ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ, ਉਦਿਆਨ ਪਰ ਮਹੀਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜਿਹੜਾ ਨਾਮ 'ਚ ਭੇਜਿਆ ਉਹਨੇ ਤਾਂ ਉਹਨੂੰ ਕਿਹਾ। ਇਹ ਤਾਂ ਦੁਨਿਆਵੀ ਗੱਲਾਂ ਹੈਗੀਆਂ। ਦੁਨਿਆਵੀ ਲੋਕ ਇਹਨਾਂ ਗੱਲਾਂ ਦੇ ਪ੍ਰਭਾਵਿਤ ਵੀ ਬੜਾ ਹੋ ਜਾਂਦੇ ਆ। ਫਲਾਨੇ ਜੀ ਆਏ ਆ,
फलाने जिम्मेवार बंदे आए है, फलाने बड़े बंदे आए है, दुनियावी बंदे दुनियावी पदवियां का प्रभाव लेंदे है, चलते है। ये तो ठीक है, बिहार तौर पर आपां नूं करना पैंदा, पर जिथे परमार्थी दुनिया है उथे तो फिर बोले सन कि इश्क बजाए ढोल, वो फिर गोबर थोड़ी रहना। हर का भगत प्रगट नहीं चुप, वो तो चुपता ही नहीं, वो तो अवस्था ही फिर वो राज वखरा है। वो जिहड़ा सच्चा साम्राज है, पंडित गुलाब सिंह जी महाराज जी ने एक ग्रंथ बनाया। हुण वो विद्यार्थियों घट्टे ही पढ़िया जाता, भावें अज दे युग विच ग्रंथां दे टीके भी हो गए आ, बड़े साधन बन गए आ। हुण लोकां दी इन्हां नूं पढ़न पढ़ाउण दी रुचि बड़ी घट आ, क्योंकि मटीरियलिज्म का युग है, मादा परस्ती, दुनिया की रुचि उस पासे ज़्यादा है। पर फिर भी सियाणे पुरुष विरले विरले इन्हां गल्लां नूं मद्देनज़र रख के पढ़ते आ, विचारते आ, ग्रहण करते हैं। वो ग्रंथ का नाम है मोक्ष पंथ, मुक्ति का पंथ रस्ता। वो दो ग्रंथों का अनुवाद संस्कृत चों भाषा च कीता। एक तो स्वैराज सिद्धि, अपनी आत्मा का राज किवें पैदा करना, दूसरा वेदांत सूत्र। कुछ मत मतांतरां की व्याख्या करके वो कित्थे खड़े है कि इंसान नूं कित्थे खलोण की लोड़ है, उहदे चो व्याख्या जिहड़ी है कीती गई है। मोक्ष मुक्ति का पंथ रस्ता, मुक्ति का रास्ता। हुण मुक्ति दे रास्ते वास्ते साध संगत जी आपां नूं पहलां परिपेर तैयार होना पएगा। जे स्कूल का विद्यार्थी बनना, जो उत्थे दे निज़म है, उत्थे दी वर्दी है, उत्थे दा सिलेबस है, उत्थे दे टीचर है, उत्थे दीयां फीसां जो भी है, ਉਹਦੇ मुताबिक चलना पेगा। जां किसी महकमे च जाना, उत्थे दे जो नियम नियमावली है। इस तरह परमार्थी रास्ते दा ये नहीं कि अगर दोगड़ा ही ढांगड़ के चली जाता है। जिहड़ा धर्म आ इहदे भी बड़ी नियमावली है। हुण पहलां तो देखो 4 साधन बाहर दे आ, 4 अंदर ले आ। पहला है शरवण, साड़ी जिहड़ी स्रोत है वह बिल्कुल शुद्ध हो जाए। तुसीं सारे सियाणे बैठे हैं, आपो अपने मन में विचार लो कि साड़ी 8 पैरां च स्रोत सारी शुद्ध है कि जे विच अशुद्ध भी हैगी है। ये हुण सारिਆਂ ਨੂੰ आपो अपने बारे पता ही होंदा, मैं 8 पैरां च की कित्थे की करदा। ये शुद्ध होना बहुत औखा। कन्नां विच कोई गल गलत होवे ही ना, जिवें महाराज ने कहा मेरे मोहन श्रावणी ये ना सुनाए, साकत गीत नाद धुन गावत बोलत बोला जाए। सागतां दे गीत कन्नां च ना पैण। हुण घरां टैलीविजनां उत्थे 24 घंटे सागतां दा धमचड़ पिया होया। गज के बोलो। पारथरी ने भी कहा खल जनों के वचन परे न करन मजार। जड़े मूर्ख पुरखां दे वचन दुखदाई कलेश देण वाले, परमेश्वर नूं तोड़न वाले, अंदर दोष पैदा करन वाले, वो मेरे कन्नां च ना पैण। अगे हुण पुरुष एकांत विच बहिंदे सी, मतलब तो इन्ना ही सी अखां ना देखण नूं कोई भैड़ी चीज़ नहीं, कन्नां ना सुणन नूं नहीं, बोलण नूं नहीं। एक फिर मन टकाउण दा रह जांदा, सौखा हो जांदा। अकान दा इन्ना की मतलब है, होर तो कोई मतलब नहीं। सो इस वास्ते ये हुण असीं सोचना भी इहो जिहा वातावरण बनाउणा
के रौले वाले विच घुमना, फिर मनना कि साडा मनन शुद्ध है। मनन भी बड़ा गलत है, ये भी मनन बहुत गलत है। बहुत गलत गल्लां नूं मनी बैठे हैं, वो भी छड्डणियां पैणियां। जे हुण व्याख्या एक एक अखर दी करां ते समा बहुत हो जांदा। फिर ग्रंथी ਸਿੰਘਾਂ ने भी उठना हुंदा, तड़के सेवा करनी हुंदी है, तुसीं भी बिहारां ते जाना। साडा तां हुण ये इस तरह का ही बनया। फिर उहदा जिहड़ा अमल आ, अमल भी सारियां दा सही नहीं, कई गलत गल्लां दे उत्ते अमल करके बैठे आ, हैगियां गलत आ, उन्हां नूं सही मन के बैठे आ। फिर है ते जीव और ब्रह्म का जिहड़ा भेद आ, इस विचार की सुधारी करनी कि यह भेद पाड़ा क्यों पिया। क्योंकि जीव ईश्वर ब्रह्म तीनों इको ही चीज है। अविद्या करके जीव आ, माया करके ईश्वर आ। जिहड़ा माया अविद्या तो उपर है वह ब्रह्म है, तो वही है। जीव के अंदर भी चेतन सत्ता, ईश्वर के अंदर भी वो अल्पाग्या, वो सर्वाग्या। वो जिहड़ा ब्रह्म है वो व्यापक आ, विराट रूप आ। चेतन कला तो इको ही है। अच्छा, चार तो ये होगा। हूँ चार ये है। कल वैराग बारे गल की सी, विवेक। कईयां ने तो विवेक इन्ना ही बनाया कि वो चलो लंगर पानी आप बना खा लिया, कुछ सोच सच्चाई रख ली, पर असली विवेक की है? बिब नाम दो दा, बिब जमा एक परमात्मा दे मिलन दा ज्ञान, इहदा नाम विवेक है। और जीव ब्रह्म की एकता का ज्ञान, ये विवेक है। तो बाबा ईश्वर सिंह जी महाराज हरखवाल भाई पल्ला साहब की अंत पंथ चों होए है। वो पहला बड़ा जी बाहरला विवेक रखते सी, गड़वा रखना। उधर चले गया आनंदपुर साहब, नूरपुर बेदी। ज्ञानी जोत सिंह कहने लगे भी जल लिया। वो कहते प्रेम और मसनोई जल लिया। उत्थे जी खूही डूंगी बड़ी सी, ते जिहड़ा बोका जमदा सी वो कुंडे दे नाल काबले नाल कसिया सी ते ढिंगली नाल बनिया सी। हुण वो डोरी भी सुटी, होर भी साध नूं पानी बड़ा डूंगा सी, गड़वा पहुंचे ना। वो महाराज उन्होंने ज्ञानी जी कहते भी बाबा जी ने गड़वा है तो जल मंगाया, सुखमान करके लाया, गड़वा पहुंचता नहीं, किवें करिए? कुंडा खुलता नहीं ਉਹਦੇ ਨਾਲ, वो काबले ने कस के उत्ते झंड बहाली हुई है, कोई ला के ना लै जा। अपने भी काम कर लेंदे ने, कई नलका लाउंदे आ, कई हैंडले ला के लै जाणगे कि तू दा लै गया, बाकी दा प्यासे मरनगे ना। इहो जिहा करदे वो साध संगत जी। ते महाराज कहंदे ऐवें कर, वो बोके ना पानी कढ़ के ते गड़वा भर लिया। गड़वा भर लिया, बाबा जी ने जल छक लिया। रात बीत गई, दिन बीत गया। सवेरे महाराज कहन लगे बाबा जी जल कित्थों छकिया सी? गड़वे विचों। फिर जल तां ओह बोके दा सी। जदों बाहर अंदर गए सी, कोई कब्ज वगैरह जां कोई ते क्रिया करन लग तकलीफ वगैरह तो नहीं हुई? नींद विच जां कोई तकलीफ नहीं हुई। कहंदे तुसीं कित्थे पहुंचे हैं? कहन लगे कि विवेक तोड़ दिता। कहंदे विवेक इन्ने ने टुट गया तुहाडा?
ਫਿਰ ਜੀ ਉਹ ਫਿਰ ਜਦੋਂ ਕਈਆਂ ਨੂੰ ਉਹਨੇ ਵਿਵੇਕੀ ਤੇ ਹੱਸ ਪੈਣਾ, ਬਬੋਕੀ ਆ ਗਿਆ, ਬਬੋਕੀ ਆ ਗਿਆ। ਸੋ ਇਸ ਵਾਸਤੇ ਜਿਹੜਾ ਗਿਆਨਵਾਨ ਹੈ ਉਹ ਤਾਂ ਫਿਰ ਹੱਦ ਟੱਪੇ ਔਰੀਆ ਬੇਹੱਦ ਟੱਪੇ ਪੀਰ, ਹੱਦ ਬੇਹੱਦ ਦੋਨੋਂ ਟੱਪੇ, ਉਸ ਕਾ ਨਾਮ ਫਕੀਰ। ਇਹਦਾ ਮਜਲ ਬਹੁਤ ਅਗਲੀ ਹੈ। ਇਹ ਸ਼ਾਹ ਜਿਹੜੀ ਹੈ ਤਾਂ ਪਹਿਲਾ ਕਦਮ ਹੈ। ਸ਼ਰੀਅਤ ਹੈ, ਤਰੀਕਤ ਹੈ, ਮਾਰਫਤ ਹੈ, ਹਕੀਕਤ ਹੈ। ਇਹ ਮੁਸਲਮਾਨ ਮੰਨਦੇ ਸਾਡੇ ਇਹੀ ਹੈ, ਸਰਵਣ ਮੰਨਣ ਅਧਿਆਸਨ। ਹੁਣ ਆ ਜਿਹੜੀਆਂ ਦੱਸ ਰਿਹਾ ਅੱਖਰੀ ਭੇਦ ਆ, ਗੱਲਾਂ ਤਾਂ ਉਹੀ ਹੁੰਦੀਆਂ ਚਾਰ ਚਫੇਰੇ। ਤੇ ਲੜਾਈ ਬੇਸਮਝ ਨਹੀਂ ਸਮਝਦੇ, ਉਹਨੂੰ ਤਾਂ ਬਹੁਤ ਮਾੜਾ ਸਮਝਦੇ। ਪਰ ਇਹ ਚੀਜ਼ਾਂ ਤਾਂ ਫਿਰ ਨਫ਼ਰਤ ਪੈਦਾ ਕਰਤੀ ਉਹ ਤੇਰੀ ਸੋਚਣ ਨਾਲੋਂ। ਉਹ ਤਾਂ ਜ਼ਿਆਦਾ ਦੋਸ਼ ਵਾਲੀਆਂ ਚੀਜ਼ਾਂ ਆ ਗਈਆਂ ਜਿਹੜੀਆਂ ਮਾਨਸਿਕ ਮੰਡਲ ਨੂੰ ਗਿਰਾਵਟ ਵੱਲ ਲੈ ਗਈਆਂ। ਸੋ ਇਸ ਵਾਸਤੇ ਸਾਧ ਸੰਗਤ ਜੀ ਫਿਰ ਹੈ ਖੱਟ ਸੰਪਤੀ। ਉੱਚ 6 ਆ ਸਮ ਮਨ ਦਾ ਸਮ ਦ੍ਰਿਸ਼ਟਾ ਹੋਣਾ, ਸਮ ਭਾਵ ਹੋਣਾ, ਦਵੈਤ ਦ੍ਰਿਸ਼ਟੀ, ਈਰਖਾ, ਨਫ਼ਰਤ, ਘਿਰਣਾ ਤੋਂ ਉੱਪਰ ਉੱਠਣਾ, ਔਰ ਮਨ ਦਾ ਵਿਕਾਰਾਂ ਵੱਲੋਂ ਰੋਕਣਾ, ਦਮ ਇੰਦਰੀਆਂ ਦਾ ਦਮਨ ਕਰਨਾ, ਅੱਖਾਂ ਨਾਲ ਰੂਪ ਨਹੀਂ ਦੇਖਣਾ, ਕੰਨਾਂ ਨਾਲ ਮਾੜਾ ਨਹੀਂ ਸੁਣਨਾ, ਹੱਥਾਂ ਨਾਲ ਚੋਰੀ, ਸਰੀਰ ਨਾਲ ਜਾਰੀ, ਪੈਰਾਂ ਨਾਲ ਕੁਮਾਰਕ, ਸਾਰਾ ਜਾਣ ਲਓ। ਇਹ ਬਹੁਤ ਵਿਸਥਾਰ ਹੋ ਜਾਏਗਾ। ਇਸੇ ਤਰ੍ਹਾਂ ਦਮਨ ਕਰਨਾ, ਇੰਦਰੀਆਂ ਦਾ ਵਿਕਾਰਾਂ ਵੱਲੋਂ ਰੋਕਣਾ। ਸਾਂਝਾ ਸ਼ਬਦ ਲੈ ਲਓ। ਸ਼ਰਧਾ, ਸ਼ਰਧਾ ਜਿਹੜੀ ਹੈ ਉਹ ਵੇਦ ਸ਼ਾਸਤਰ ਦੇ ਉੱਤੇ ਔਰ ਮਹਾਤਮਾ ਤੇ, ਇਸ਼ਟ ਗੁਰੂ ਦੇ ਉੱਪਰ ਹੋਣੀ ਚਾਹੀਦੀ। ਕਈ ਹੁਣ ਇੱਥੇ ਖੜੇ ਆ, ਅਸੀਂ ਵੇਦ ਨੂੰ ਮੰਨਦੇ ਹਾਂ ਕਿ ਸੰਤ ਨੂੰ ਨਹੀਂ ਮੰਨਦੇ। ਕਈ ਖੜੇ ਅਸੀਂ ਸੰਤ ਨੂੰ ਮੰਨਦੇ ਹਾਂ, ਵੇਦ ਨੂੰ ਨਹੀਂ ਮੰਨਦੇ। ਨਹੀਂ, ਗ੍ਰੰਥ ਦੇ ਉੱਤੇ ਵੀ ਚਾਹੀਦੀ ਹੈ। ਗ੍ਰੰਥ ਦਾ ਰਸਤਾ ਦੱਸਣ ਵਾਲਾ ਜੋ ਮਹਾਤਮਾ ਉਹਦੇ ਤੇ ਵੀ ਚਾਹੀਦੀ ਹੈ, ਕਿਉਂਕਿ ਉਹਦਾ ਕੋਈ ਰਸਤਾ ਵੀ ਤਾਂ ਦੱਸੇਗਾ ਕਿ ਨਹੀਂ। ਜੇ ਸ਼ਰਧਾ ਨਹੀਂ ਰੱਖਾਂਗੇ, ਕੋਈ ਬਚਨ ਨਹੀਂ ਮੰਨਾਂਗੇ, ਫਿਰ ਅੱਗੇ ਤੁਰਾਂਗੇ ਕਿਵੇਂ? ਇਹ ਵੀ ਜ਼ਰੂਰੀ ਹੈ। ਸੋ ਇਸ ਵਾਸਤੇ ਇਸ਼ਟ ਦੇ ਉੱਤੇ, ਗੁਰੂ ਦੇ ਉੱਤੇ, ਗੁਰੂ ਦੇ ਨਿਸ਼ਾਨ, ਗੁਰੂ ਦੇ ਧਾਮ ਉੱਤੇ, ਗੁਰੂ ਕੀ ਸੰਗਤ ਤੇ ਵਿਸ਼ਵਾਸ ਕਰਨਾ, ਪੰਥ ਗ੍ਰੰਥ ਤੇ ਵਿਸ਼ਵਾਸ ਕਰਨਾ, ਇਹ ਤਾਂ ਬਹੁਤ ਵੱਡੀਆਂ ਗੱਲਾਂ। ਸ਼ਰਧਾ ਦੇ ਰੂਪਾਂਤਰ ਨੂੰ ਸਮਝਣਾ ਚਾਹੀਦਾ। ਜਿਹੜੇ ਇੱਕ ਪਾਸੇ ਹੋ ਕੇ ਤੁਰਦੇ ਆ ਉਹ ਤੇ ਕਾਮਯਾਬ ਨਹੀਂ ਹੁੰਦੇ। ਆਪਣੇ ਤੌਰ ਤੇ ਤਾਂ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਣ। ਸੋ ਇਸ ਵਾਸਤੇ ਇਕੱਲੇ ਆਟੇ ਦਾ ਤਾਂ ਕਦੀ ਕੜਾਹ ਨਹੀਂ ਬਣਿਆ, ਨਾ ਇਕੱਲੇ ਘਿਓ ਦਾ। ਸਾਰੇ ਪਦਾਰਥ ਰਲ ਕੇ ਹੀ ਉਹ ਪਦਾਰਥ ਤਿਆਰ ਹੁੰਦਾ। ਜੇ ਉਹਨੂੰ ਮਹਾਰਾਜ ਦੀ ਹਜ਼ੂਰੀ ਨਹੀਂ ਲਿਆਉਂਦੇ, ਸ੍ਰੀ ਜਪਜੀ ਸਾਹਿਬ, ਆਨੰਦ ਸਾਹਿਬ ਪੜ੍ਹ ਕੇ, ਅਰਦਾਸ ਕਰਕੇ, ਸ੍ਰੀ ਸਾਹਿਬ ਭੇਟ ਨਹੀਂ ਕਰਦੇ, ਫਿਰ ਪ੍ਰਸ਼ਾਦ ਨਹੀਂ, ਇਕੱਲਾ ਕੜਾਹ ਹੀ ਰਹਿ ਜਾਊਗਾ। ਇਹਦਾ ਕੜਾਹ ਹੀ ਰਹਿ ਗਿਆ ਨਾ, ਪ੍ਰਸ਼ਾਦ ਨਹੀਂ। ਪ੍ਰਸ਼ਾਦ ਉਦੋਂ ਵੀ ਬਣਨਾ ਜਦੋਂ ਸ਼੍ਰੀ ਮੁਖ ਬਾਗ ਵੀ ਮਹਾਰਾਜ ਜਾਣਾ ਮਨਜ਼ੂਰੀ ਹੋਏਗੀ। ਸੋ ਇਸ ਵਾਸਤੇ ਸਾਧ ਸੰਗਤ ਜੀ ਸਮਾਧਾਨ, ਪ੍ਰਸ਼ਨ ਉੱਤਰ ਸਮਝਣ ਦੀ ਬੁੱਧੀ, ਇਕਾਗਰ ਚਿੱਤ ਹੋਣਾ, ਉਪਰਾਮ ਸੰਸਾਰ ਵਿੱਚ ਇਸ ਢੰਗ ਨਾਲ ਰਹਿਣਾ ਜਿਹਨੀ ਚੱਲਣ ਜਾਣਿਆ ਸੇ ਕਿਉਂ ਕਰੇ ਪਥਾਰ। ਇਹ ਚਲੇ ਜਾਣਾ ਤੇ ਮੋਹ ਮਮਤਾ 'ਚ ਫਸ ਕੇ ਪਰਮੇਸ਼ਰ ਨੂੰ ਭੁੱਲ ਨਹੀਂ ਜਾਣਾ। ਸੇਵਾ ਸਿਮਰਨ ਸਤਸੰਗ ਨਹੀਂ ਛੱਡ ਬੈਠਣਾ। ਕਈ ਇਉਂ ਛੱਡੀ ਬੈਠੇ ਆ, ਉਦੋਂ ਭੁੱਲੀ ਬੈਠੇ ਆ, ਆਪਾਂ ਇੱਥੋਂ ਜਾਣਾ ਹੀ ਨਹੀਂ। ਆਏ ਅਤੀਮਾ ਗਾਢ ਇਸ ਤਰ੍ਹਾਂ ਤਤਿਕਸ਼ਾ, ਭੁੱਖ ਪਿਆਸ, ਗਰਮੀ ਸਰਦੀ, ਹਰਖ ਸ਼ੋਕ, ਮਾਨ ਅਪਮਾਨ, ਇਹਨਾਂ ਨੂੰ ਬਰਦਾਸ਼ਤ ਕਰ ਜਾਣਾ। ਇਹ 6 ਚੀਜ਼ਾਂ ਦਾ ਇੱਕ ਸਾਧਨ ਹੈ। ਉਸ ਤੋਂ ਅੱਗੇ ਹੈ ਮੁਮੁਕਸ਼ਤਾ, ਮੁਕਤੀ ਦੀ ਇੱਛਾ। ਇਹ 8 ਸਾਧਨ ਸੁਪਨ ਜਿਹੜਾ ਵਿਅਕਤੀ ਆ ਨਾ, ਉਹਦਾ ਨਾਮ ਹੈ ਅਧਿਕਾਰੀ। ਉਹ ਅਧਿਕਾਰੀ ਹੋ ਕੇ ਫਿਰ ਗੁਰੂ ਇਸ਼ਟ ਚਰਨਾਂ 'ਚ ਅਰਦਾਸ ਕਰਕੇ ਪਰਮਾਤਮਾ ਕਿਸੇ ਮੰਨਣਸ਼ੀਲ ਨਿਧਿਆਸਨਸ਼ੀਲ ਮਹਾਤਮਾ ਨੂੰ ਬੇਨਤੀ ਕਰੇ ਕਿ ਮੈਨੂੰ ਹੁਣ ਆਤਮਾ ਗਿਆਨ ਦਾ ਉਪਦੇਸ਼ ਦਿਓ। ਫਿਰ ਕਹਿੰਦੇ ਅਥਾਤੋ ਬ੍ਰਹਮ ਜਗਿਆਸਾ,
अब तुम रब दे मिलने दी इच्छा करो। कि असीं आउंदे ही कहने हुण एकदम दस दिओ, गज के बोलो, ये प्राप्ति की होएगी? हाले तू अधिकारी तो बनिया ही नहीं। हुण आपां अपने मनां नाल झात मार के देख लिओ कि आपां ये गुण पैदा कीते अपने च। ਜਿਹੜਾ ਤੁਸੀਂ ਸੇਵਾ ਕਰਦੇ ਆ, ਸਿਮਰਨ ਕਰਦੇ ਹੋ, ਉਹ ਓਪਰਾ ਉਪਰਾ ਰਹਿੰਦਾ, ਉਹ ਤਹਿ ਤੱਕ ਚੀਜ਼ ਪਹੁੰਚਦੀ ਨਹੀਂ। ਨਾ ਪਹੁੰਚਣ ਦੇ ਕਾਰਨ ਕੋਈ ਮੰਜ਼ਿਲ ਨਹੀਂ ਮਿਲਦੀ, ਕੋਈ ਮਕਾਮ ਨਹੀਂ ਮਿਲਦਾ, ਕੋਈ ਡਿਵੈਲਪਮੈਂਟ ਹੁੰਦੀ ਹੀ ਨਹੀਂ ਵਿਅਕਤੀ ਵਿੱਚ। ਉਹਦਾ ਕੋਲੂ ਦੇ ਬੈਲ ਵਾਂਗੂ ਬਸ ਜੋੜਿਆ ਹੋਇਆ, ਖੋਪੇ ਲਾਏ ਆ, ਉਹ ਤੇਲੀ ਮੂੰਹ 'ਚ ਖਲ ਪਾ ਦਿੰਦਾ, ਥੋੜ੍ਹੀ ਜਿਹੀ ਮੂੰਹ ਸਵਾਦ ਹੋ ਜਾਂਦਾ, ਤੇ ਗਾਦੀ ਨੂੰ ਛੋਟੀ ਮਾੜੀ ਜਿਹੀ ਲਾਉਂਦਾ, ਟਿਕ ਟਿਕ ਹੁੰਦੀ, ਉਹ ਹੋਰ ਦੌੜਦਾ ਕਿ ਮੇਰੀ ਮੰਜ਼ਿਲ ਮੁੱਕ ਗਈ। ਸਾਡਾ ਵੀ ਇਹ ਆ, ਉੱਥੇ ਗਏ ਗੁਰਦੁਆਰੇ ਫਲਾਨੀ ਚੀਜ਼ ਚੜਾਇਆ, ਮੱਥਾ ਟੇਕਿਆ, ਆ ਗਏ ਸੰਗਤ 'ਚ ਬੈਠੇ ਬਣਾ, ਜਾਂ ਕੋਈ ਹੋਰ ਪੂਜਾ ਪਾਠ ਕਰ ਕਰਾ ਲਈ, ਇੰਨੇ ਵਿੱਚ ਸੰਤੁਸ਼ਟੀ ਸਮਝਦੇ ਹਾਂ। ਚਲੋ ਜਿੰਨਾ ਕਰਦੇ ਹਾਂ ਇਹਦੀ ਵੀ ਆਲੋਚਨਾ ਨਹੀਂ ਕਰਨੀ ਚਾਹੀਦੀ, ਜਿੰਨਾ ਕੀਤਾ ਜਾਏ ਹੈ ਤੇ ਚੰਗਾ। ਪਰ ਜੇ ਆਪਾਂ ਪਰਮੇਸ਼ਰ ਦੀ ਪ੍ਰਾਪਤੀ ਦਾ ਮਾਰਗ ਬਣਾਉਣਾ, ਉਹਦੇ ਲਈ ਫਿਰ ਇਹ ਜਿਹੜੀਆਂ ਸੀੜੀਆਂ ਆ, ਇਹ ਪੌੜੀ ਹੈ, ਇਹਨਾਂ ਡੰਡਿਆਂ 'ਤੇ ਚੜ੍ਹ ਕੇ ਉਸ ਮਕਾਮ ਤੱਕ ਆਪਾਂ ਪਹੁੰਚ ਸਕਦੇ ਹਾਂ। ਸੋ ਇਸ ਵਾਸਤੇ ਇਹ ਚੀਜ਼ਾਂ ਸਾਧ ਸੰਗਤ ਜੀ ਹੈਗੀਆਂ। ਹੁਣ ਸਮਾਂ ਕਾਫੀ ਹੋ ਗਿਆ, ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕਿਉਂਕਿ ਇੱਥੇ ਕੁਦਰਤੀ ਮਹਾਂਪੁਰਖਾਂ ਨੇ ਇਹ ਸਥਾਨ ਦੀ ਸੇਵਾ ਕਰਾਈ ਹੈ। ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਨਾਂ ਦੇ ਉੱਤੇ ਹੀ ਉੱਥੇ ਵੀ ਉਹਨੇ ਸੇਵਾ ਕੀਤੀ, ਇੱਥੇ ਵੀ ਮਹਾਰਾਜ ਨੇ ਉਹਨਾਂ ਤੋਂ ਸੇਵਾ ਲਈ। ਜਿੱਥੇ ਕਿਤੇ ਵੀ ਉਹਨੇ ਗੁਰੂ ਮਹਾਰਾਜ ਦੇ ਨਾਂ ਨੂੰ ਮੁੱਖ ਪ੍ਰਧਾਨ ਰੱਖਿਆ। ਉਹ ਫਿਰ ਜਿਹੜਾ ਸਥਾਨ ਹੁੰਦਾ, ਉੱਥੇ ਪਰਮਾਣੂ ਵੀ ਉਸ ਤਰ੍ਹਾਂ ਦੇ ਹੁੰਦੇ ਆ। ਬੰਦਗੀ ਵਾਲੀ ਜਗ੍ਹਾ 'ਚ ਜਾਵਾਂਗੇ, ਉੱਥੇ ਬੰਦਗੀ ਦਾ ਪ੍ਰਭਾਵ ਹੁੰਦਾ। ਵਿਅਕਤੀ ਫਿਰ ਕੁਦਰਤੀ ਉਸ ਤਰ੍ਹਾਂ ਦੀ ਆਸ ਹੋਣ ਤੋਂ ਪਹਿਲਾਂ ਮਹਾਂਪੁਰਖਾਂ ਸਥਾਨ 'ਤੇ ਨਮਸਕਾਰ ਕਰਨ ਗਏ। ਉਹ ਸਿੰਘ ਪਹਿਲੀ ਵਾਰੀ ਨਾਲ ਗਿਆ ਸੀ ਅੰਮ੍ਰਿਤਸਰ ਸਾਹਿਬ ਤੋਂ। ਉਹ ਕਹਿੰਦੇ ਜੀ ਬੜੀ ਸ਼ਾਂਤੀ ਮਿਲੀ ਹੈ। ਮੈਂ ਕਿਹਾ ਵੀ ਇਹ ਜਗ੍ਹਾ ਹੀ ਸ਼ਾਂਤ ਪੁਰਸ਼ ਆਉਂਦੀ ਹੈ। ਗੱਜ ਕੇ ਬੋਲੋ। ਜਿਹੜਾ ਸ਼ਾਂਤ ਪੁਰਸ਼ ਆ ਉਹਦਾ ਨਾਮ ਸੰਤ ਆ। ਸ਼ਾਂਤ ਇਹ ਹੈ, ਗੱਲ ਕਰਨੀ ਬੜੀ ਸੌਖੀ ਹੈ। ਬੀਬੀ ਦਇਆ ਕੌਰ ਜੀ ਹੁੰਦੇ ਸੀ ਮਹਾਰਾਜ ਉਹਨਾਂ ਦੇ ਨਾਲ। ਉਹਨਾਂ ਦੀ ਫਿਤਰਤ ਕੋਈ ਇਸ ਤਰ੍ਹਾਂ ਦੀ ਸੀ, ਵੈਸੇ ਨਿਤਨੇਮ ਵੀ ਬੜਾ ਸੀ। ਇੱਕ ਇੱਕ ਲੱਤ ਭਾਰ ਖੜ ਕੇ 5-5 ਸੁਖਮਨੀ ਕਰ ਦੇਣੇ। ਗਿਆਨੀ ਅਮਰ ਸਿੰਘ ਜੀ ਦੇ ਉਹ ਭੈਣ ਸੀਗੇ, ਪਰ ਉਹਨਾਂ ਦੀ ਰਸਨਾ ਦਾ ਕੋਈ ਇਸ ਤਰ੍ਹਾਂ ਦਾ ਸੀ ਕਿ ਜੋ ਸ਼ਬਦ ਨਹੀਂ ਕਹਿਣਾ, ਹਰ ਇੱਕ ਨੂੰ ਤਾਂ ਕਹਿਣਾ ਹੀ ਆ। ਉਹ ਸੰਤ ਮਹਾਰਾਜ ਜੀ ਨੂੰ ਵੀ ਉਹ ਬੋਲ ਦਿੰਦੇ ਸੀ। ਤੇ ਬਾਬਾ ਤਰਲੋਕ ਸਿੰਘ ਸਾਹਿਬ ਮਹਾਰਾਜ ਦੇ ਗੁਰੂ ਭਾਈ ਸੀ। ਸੰਤਾਂ ਦਾ ਕੱਦ ਸੀ 6 ਫੁੱਟ 2 ਇੰਚ, ਉਹਨਾਂ ਦਾ ਸੀ 6 ਫੁੱਟ 3 ਇੰਚ। ਉਹ ਵੀ ਫੌਜ 'ਚ ਰਹੇ। ਉਹ ਫਿਰ ਵੀਰ ਰਸ 'ਚ ਆ ਗਏ। ਤੇ ਮਹਾਰਾਜ ਕੀ ਤੁਸੀਂ ਜਿਹੜਾ ਸ਼ਬਦ ਉਹ ਨਹੀਂ ਕਿਹਾ, ਅੱਜ ਨਹੀਂ ਕਹਿ ਸਕਦੇ, ਮਹਾਰਾਜ ਹਜ਼ੂਰੀ ਹੈ, ਕੀ ਇਹਨੂੰ ਰੱਖਿਆ? ਕੋਈ ਸੰਗਤ ਪੰਗਤ ਨਹੀਂ ਦੇਖਦੀ, ਜੋ ਮਰਜ਼ੀ ਬਗੜਵਾਦ ਕਰਦੀ। ਕਈ ਵਾਰੀ ਐਸੇ ਸ਼ਬਦ ਜਿਹੜੇ ਸਾਧ ਸੰਗਤ ਜੀ ਸੁਣਨ ਤੋਂ ਵੀ ਬੜਾ ਔਖਿਆਈ ਹੁੰਦੀ ਆ ਆਮ ਬੰਦੇ, ਪਰ ਉਹਨਾਂ ਵਿੱਚੋਂ ਅਜਰ ਸ਼ਕਤੀ ਆ ਜਾਂਦੀ ਹੈ। ਤੇ ਬਾਬਾ ਜੀ ਬੜੇ ਗਰਮ ਹੋ ਗਏ। ਮਹਾਰਾਜ ਹੁਣੀ ਉਹਦਾ ਗੁੱਟ ਫੜ ਲਿਆ। ਕਹਿੰਦੇ ਤਰਲੋਕ ਸਿੰਘ ਕਿਉਂ ਘਬਰਾਈ ਜਾਂਦਾ? ਇਹ ਪਿਛਲੇ ਜਨਮ ਦੀ ਮੇਰੀ ਮਾਂ ਆ, ਜੋ ਮਰਜ਼ੀ ਮੈਨੂੰ ਕਹੇ। ਗੱਜ ਕੇ ਬੋਲੋ। ਕਿਉਂਕਿ ਅਜਰ ਵਸਤੂ ਨੂੰ ਜਾਣਨਾ, ਉਹ ਜਿਹੜੇ ਸ਼ਬਦ ਆ ਉਹ ਮੈਂ ਤੁਹਾਨੂੰ ਇੱਥੇ ਨਹੀਂ ਦੱਸ ਸਕਦਾ। ਜੋ ਇਤਨੇ ਅਸਭ, ਜੋ ਸ਼ਬਦ ਆਮ ਬੰਦਾ ਕਹੂਗਾ ਕਿ ਇਹ ਸ਼ਬਦ ਬੋਲੇਗਾ ਐਡੇ ਵੱਡੇ, ਇੱਕ ਇਸ ਤਰ੍ਹਾਂ ਦਾ ਵਿਅਕਤੀ ਹੋਏਗਾ। ਇੱਕ ਵਾਰੀ ਸਰਦਾਰ ਰਾਜਾ ਸਿੰਘ ਆ ਗਏ, ਲੰਬੜਦਾਰ ਹਰਪਾਲ ਪਿੰਡ ਦੇ। ਉੱਥੇ ਮਸਤਾਨੇ ਦਾਨੇ ਉਹ ਆਪਣੇ ਢੰਗ ਦੀ ਬੋਲੀ ਬੋਲ ਰਹੇ ਸੀ। ਕਹਿੰਦੇ ਮਹਾਰਾਜ ਕੋਈ ਇਹ ਪਾਗਲ ਇਕੱਠੇ ਕੀਤੇ ਆ, ਕੋਈ ਸਿਆਣੇ ਰੱਖਿਆ ਕਰੋ, ਇੱਥੇ ਧੀਆਂ ਭੈਣਾਂ ਆਉਣੀਆਂ ਫਲਾਨਾ। ਕਹਿੰਦੇ ਵੀ ਇਹ ਨਿੰਦਾ ਤਾਂ ਦਿੱਤਾ ਨਹੀਂ, ਨਾ ਆਇਆ ਕਰੋ।
मेरे दिल ते बह के बैठ देखो ये कौन है। वो आल पताल मूँह बोलते जो पीते मद मत वाले, बाहरों भुल चुक बोलते भी खरे हर भाने। इस वास्ते ये साध संगत की जिहड़ी दृष्टि है ये तो उन्होंने पूर्ण पुरखों की होंगी है। हजार वस्तु नूं जरना। एक बारी वो लेटे हुए ते कोला बलदा लैके ना जी कालजे ते रख लिया। ये बहुत पुरानी गल सातों पहली है। उस वेले ऋषि हरवंश सिंह जी ते संत बाबा हरी सिंह मकेरियां वाले सेवा विच गए। वो जिस वेले हुण शरीर सड़िया समैल ते आउणी सी, वो कहते बड़ा सारा सुरग का कोला रखा है जी कालजे। उन्हें एकदम पासे सुटिया। महाराज ये की कहते लोग कहते ज्वाला सिंह ब्रह्म ज्ञानी मैं देखदा है भी कि नहीं, कि लोग ये कही जाते गज के बोलो अपनी परख करके आप देख रहे हैं कि हैगा भी है कि लोग ये कही जाते। बेअध्यास तो उपर उठना जड़ा पुरुष इस मंजिल विच पहुंच गया वो श्री गुरु ग्रंथ साहिब जी का असली मैनिया का उपासक है। बाकी कहण मात्र ते असीं कहने हैं, कहना चाहिए, ये ते अमल भी करना चाहिए। शब्द गुरु वाकई बहुत वड्डी गल है। शब्द गुरु सुरतन चेला महाराज का सिद्धांत है। पर यह सिद्धांत ते खड़ हो सकता जिहड़ा इस मंजिल ते पहुंच गया। बाकियां दी तां गल्लां हैगियां, गल्लां दे नाल ही मंजिल मिलण वाली नहीं है। गलियां ही सुहागण भैणे कंत ना कबहूं मैं मिलिया। असीं कई बार बड़ियां बड़ियां शख्सियतां की आलोचना करन तों भी संकोच नहीं करते। ये नहीं पता वो जिहड़ियां शख्सियतां वो शब्द की कमाई करके शब्द के मालक विच अभेद हो गई होंदियां। शब्द के मालक की कमाई की जिहदा शब्द सी उहदे विच अभेद हो गया। सो इस वास्ते अद्वैता आनंद नूं लैंदे आ, भेदता आनंद नूं लैंदे आ। सो ऐसे जिहड़े महापुरख आ इन्हां वास्ते गुरबाणी ने कहा जां का संग बाछै सुरदेव अमोघ दर्श सफल जाकी सेव। उन्हां दी संगत करनी ब्रह्मा विष्णु शिव इंद्र आदिक देवते भी लोचदे आ। उन्हां दा दर्शन भी अमोघ सफल आ ते उन्हां दी सेवा भी सफल आ। ऐसे जड़े पुरुष उन्हां वास्ते गुरबाणी ने कहा जन्म मरण दोहु मैं नानी जन परोपकारी आए जी दान दे भगती लाइन हर सो लैन मलाए। इस वास्ते साध संगत जी क्योंकि हर दासन की उस्तत सा हर की वड्याई हर अपनी वड्याई भाव दी जन का जयकार कराई। सो इतनियां बेनतियां प्रवान करनियां। सो अज संधवा हरवंश सिंह जी शरीर करके साडे विच मौजूद नहीं, पर उन्होंने एक बूटा लाया। असीं फिर भी उन्हों धन्नवाद करते हैं कि जिन्होंने इस देश विच आके धन श्री गुरु हरराय साहब जी महाराज के नाम से निशान चलाया। स्थान श्री गुरु ग्रंथ साहब प्रकाशमान ते मर्यादा चलाई। किन्ने बच्चे बच्चियां ने कीर्तन की दात लई, लंगर संगत पंगत होर भी सेवा, उन्हों का भी धन्नवाद करते हैं। सो महाराज सच्चे पातशाह मेहर करन, चढ़दी कला बख्शिश करन। मेली की गल है कि जदों अखीरला समा अंतम महाराज कहते ज्ञानी जी साढ़े हुण खर्च ते खेचल बहुत वध गई है। ज्ञानी जी भी बड़े ज्ञानी सके। वो कहते महाराज आप जी के दर्शन भी दुर्लभ आ, आप जी के आउण नाल माया ते पदार्थ भी बहुत आउंदे आ ते हुण ते सानू कोई किसी तरह की कोई ऐसी गल ही है नहीं। संगत भी बहुत आउंदी है, माया पदार्थ भी आउंदे है, सत्कार प्यार भी बहुत वध रहा है। ते जिहड़ा नहीं भी सानू जानदा वो भी जानन लग गया, जिहड़ा नहीं पछाणदा सी वो भी पछाणन लग गया। क्योंकि बड़े पुरुषां दी वड्याई हुंदी है ना। सो इस वास्ते बड़े कीआं वड्याइयां ऐसी गल हुंदी है। हुण ऐसे जिहड़े महापुरख आ
ਉਹ ਕਦੇ ਕਦੇ ਪਰਮੇਸ਼ਰ ਸੰਸਾਰ 'ਤੇ ਭੇਜਦੇ ਆ, ਯਾਦਾਂ ਮਨਾਂ ਵਿੱਚ ਰਹਿ ਜਾਂਦੀਆਂ। ਕਈ ਵਾਰੀ ਫੇਰ ਉਹ ਸਤਸੰਗੀ ਮਿਲਦੇ ਆ ਅਤੇ ਉਹ ਫੇਰ ਦਿਲ ਭਰਦਾ ਅਤੇ ਖੋਲੀ ਦੀਆਂ ਗੱਲਾਂ। ਇਹ ਸੰਗਤ ਭਾਈ ਵਾਕਿਆ ਹੀ ਉਹਨਾਂ ਮਹਾਂਪੁਰਖਾਂ ਦੇ ਪ੍ਰਵਚਨਾਂ ਨੂੰ ਸੁਣਨਾ ਚਾਹੁੰਦੀ ਹੈ। ਆਤਮਾ ਗਿਆਨ, ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ, ਇਹ ਸਾਧ ਸੰਗਤ ਜੀ ਤਾਂ ਵਿਚਾਰਾਂ ਕੀਤੀਆਂ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਦਾਸਾਂ 'ਤੇ ਵੀ, ਆਪ ਸਾਰਿਆਂ 'ਤੇ ਵੀ ਕਿਰਪਾ ਕਰਨ ਕਿ ਇਹ ਜਿਹੜਾ ਸਮਾਂ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਜੁੜ ਕੇ ਬੈਠਣ ਦਾ ਮਿਲਦਾ, ਇਹ ਮਹਾਰਾਜ ਦੀ ਬਖਸ਼ਿਸ਼ ਹੈ। ਇਹਦੇ ਲਈ ਗੁਰੂ ਮਹਾਰਾਜ ਦਾ, ਮਹਾਂਪੁਰਖਾਂ ਦਾ ਧੰਨਵਾਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।